ਅੱਜ ਅਸੀਂ ਭਗਤ ਕਬੀਰ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ 52 ਅੱਖਰੀ ਦੀ ਵਿਚਾਰ ਆਰੰਭ ਕਰ ਰਹੇ ਹਾਂ। ਇਹ ਪਾਵਨ ਬਾਣੀ ਗੌੜੀ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 340 ਤੇ ਅੰਕਿਤ ਹੈ। ਰਾਗ ਗੌੜੀ ਪੂਰਬੀ 52 ਅੱਖਰੀ ਕਬੀਰ ਜੀਓ ਕੀ। 52 ਅੱਖਰੀ ਕਬੀਰ ਜੀਓ ਕੀ ਦਾ ਮਤਲਬ ਪੂਰਬੀ ਗੌੜੀ ਪੂਰਬੀ ਵਿੱਚ ਭਗਤ ਕਬੀਰ ਜੀ ਦੀ ਪਾਵਨ ਬਾਣੀ ਜਿਸ ਦਾ ਸਿਰਲੇਖ ਹੈ 52 ਅੱਖਰੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ ਜਿਸ ਕਰਕੇ ਸੰਸਾਰ ਦੀ ਉਤਪत्ति ਲੈਤਾ ਪਾਲਣਾ ਔਰ ਸੰਚਾਲਨ ਹੁੰਦਾ ਹੈ। ਅਦਿਸਤਾ ਜਗਤ ਜਿਸ ਦਾ ਰੂਪ ਹੈ, ਜੋ ਚਾਰ ਚੁਫੇਰੇ ਪਸਰਿਆ ਹੈ, ਜੋ ਚਾਰ ਚੁਫੇਰੇ ਵਿਆਪਕ ਹੈ, ਜਿਸ ਦਾ ਨਾਮ ਹੋਂਦ ਵਾਲਾ ਹੈ, यानी जो एक अटल सच्चाई है, जिस का कदे विनाश नहीं होना, वो हमेशा है, होंद वाला है। करता दा मतलब सृष्टि दा रचनहार है, संसार नूं रचन वाला है। ते पुरख दा मतलब हुंदा है समाया होया, जगत दे कण कण दे अंदर समाया होया है। गुर प्रसाद ते ऐसी परम सत्या प्रभु दे नाल जो साडा संबंध बनदा है, जानकारी मिलती है गुरु की कृपा राही, गुरु के ज्ञान सदका। जो गुरु की रहमत बख्शिश का पात्र बनता है, गुरु के ज्ञान मुताबिक जिंदगी जींदा है, वो उस परम सत्या दे नाल अभेद हुंदा है, उसकी रजा भाने नूं समझदा है, उहदा गुणानुवाद करदा है और उस दे विच अभेद हो जांदा है गुरु की रहमत और बख्शिश दे नाल। 52 अक्षर लोक त्रै सब कछ इन्ही माहे। इनू अक्षर नहीं पढ़ना, ऐड़े ते अद्धक लगा के बोलना है अक्षर। अक्षर का मतलब अखर। लोक त्रै का मतलब त्रै लोक, तिन्ना लोकां विच यानी सारे जगत विच। सब कछ का मतलब जगत का सारा वरतारा। इन्ही माहे का मतलब है इन्हां 52 अखरां विच ही। ते इत्थे 52 अखरां दा मतलब है लिपियां दे जिहड़े अखर ने, बोलियां दे अखर। जिवें देवनागरी दे 52 अखर ने, जिवें पंजाबी दे 35 अखर ने, इंग्लिश ते 26 ने। इत्थे 52 अक्षर दा मतलब है जिहड़े लिपियां दे अक्षर ने, जिन्ने भी अखर ने, जिन्नियां भी बोलियां दे अखर ने, इत्थे सारियां उन्हां बोलियां दे अखरां दी गल हो रही है। 52 अखर 52 अखर यानी लिपियां दे जो सारे अखर ने, सारे जगत विच वरते जा रहे हैं। ते जगत दा सारा वरतारा इन्हां अखरां दे राही ही चल रहा है, बयान किया जा रहा है। सब कुछ इन्ही माहे जिहड़े अक्षर ने ना, अखर जिहड़े ने, इन्हां अखरां राही ही तिन्ना लोकां दा भाव सारे संसार दा वरतारा चल रहा है। चल रहा दा मतलब बयान हो रहा है। जो कुछ भी इस जगत बारे असी बोलते हाँ, सुनते हाँ, वो अखरां राही ही बोलिया जा सकता है, अखरां राही ही सुनिया जा सकता है। चाहे कोई चंगा बोल रहा है, कोई मंदा बोल रहा है, कोई प्रभु की सिफत सलाह कर रहा है, कोई निंदा कर रहा है, कोई चुगली कर रहा है, कोई सच्चाई बोलता है, कोई प्यार दे बोल बोलता है, लेकिन बोलिया सारा कुछ जिहड़ा है अखरां राही बोलिया जा रहा है, अखरां तो बिना नहीं। हुण सोचो कि जे अखर ना हुंदे, मतलब भाषा ना हुंदी, बोली ना हुंदी, तां मनुख दा की हाल होना सी। जिन्ना भी विकास होया है ਉਹਦੇ ਵਿੱਚ ਭਾਸ਼ਾ ਦਾ ਬਹੁਤ ਵੱਡਾ ਹੱਥ ਹੈ, ਕਿਉਂਕਿ ਭਾਸ਼ਾ ਰਾਹੀਂ, ਬੋਲੀ ਰਾਹੀਂ, ਅੱਖਰਾਂ ਰਾਹੀਂ ਬੰਦਾ ਆਪਣੀਆਂ ਭਾਵਨਾਵਾਂ ਦੂਜੇ ਬੰਦੇ ਤੱਕ ਪਹੁੰਚਾਉਂਦਾ ਹੈ ਔਰ ਦੂਜੇ ਬੰਦੇ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਯਤਨ ਕਰਦਾ ਹੈ। ਜੋ ਆਪਣਾ ਤਜਰਬਾ ਹੈ ਉਹ ਅੱਖਰਾਂ ਰਾਹੀਂ ਹੀ ਦੂਜਿਆਂ ਤੱਕ ਪਹੁੰਚਦਾ ਹੈ। ਜਿੰਨਾ ਵੀ ਲਿਟਰੇਚਰ ਹੈ ਉਹ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਦੂਜੇ ਲੋਕਾਂ ਦਾ ਜੋ ਤਜਰਬਾ ਹੈ ਅੱਖਰਾਂ ਰਾਹੀਂ ਉਹ ਸਾਡੇ ਤੱਕ ਪਹੁੰਚਿਆ ਹੈ। ਤੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਅਸੀਂ ਇਹ ਵਿਚਾਰ ਵੀ ਕੀਤੀ ਸੀ, ਅੱਖਰਾਂ ਸਿਰ ਸੰਜੋਗ ਵਖਾਣ, ਕਿ ਜਿੰਨੇ ਵੀ ਸਾਰਾ ਕੁਛ ਵਰਤਾਰਾ ਹੈ ਸੰਸਾਰ ਦਾ ਉਹ ਅੱਖਰਾਂ ਦੇ ਰਾਹੀਂ ਹੈ, ਅੱਖਰਾਂ ਰਾਹੀਂ ਬਿਆਨ ਕੀਤਾ ਜਾ ਰਿਹਾ ਹੈ।
ਚਾਹੇ ਅਸੀਂ ਧਰਮ ਦੀ ਗੱਲ ਕਰਦੇ ਹਾਂ, ਰਾਜਨੀਤੀ ਦੀ ਕਰਦੇ ਹਾਂ, ਸਮਾਜ ਦੀ ਕਰਦੇ ਹਾਂ, ਅਰਥ ਵਿਵਸਥਾ ਦੀ ਕਰਦੇ ਹਾਂ, ਆਪਣੀ ਕੋਈ ਫੈਮਿਲੀ ਪ੍ਰੋਬਲਮ ਹੈ ਜਾਂ ਸਾਡਾ ਸ਼ਖਸੀ ਜੀਵਨ ਹੈ, ਜੋ ਕੁਝ ਵੀ ਅਸੀਂ ਬਿਆਨ ਕਰ ਰਹੇ ਹਾਂ ਉਹ ਅੱਖਰਾਂ ਰਾਹੀਂ ਹੀ ਕਰ ਰਹੇ ਹਾਂ। ਉਹ ਸਾਰੇ ਦਾ ਸਾਰਾ ਜਿਹੜਾ ਵਰਤਾਰਾ ਹੈ ਉਹ ਅੱਖਰਾਂ ਰਾਹੀਂ ਹੀ ਵਰਤ ਰਿਹਾ ਹੈ, ਅੱਖਰਾਂ ਤੋਂ ਬਾਹਰ ਕੁਝ ਨਹੀਂ। ਸਭ ਕੁਝ ਇਨਹੀ ਮਾਹੇ, ਇਹ ਸਾਰੇ ਦਾ ਸਾਰਾ ਵਰਤਾਰਾ ਅੱਖਰਾਂ ਵਿੱਚ ਹੈ, ਅੱਖਰਾਂ ਰਾਹੀਂ ਹੈ। ਇਹ ਚੀਜ਼ ਨੂੰ ਸਮਝ ਲੈਣਾ ਹੈ। ਹੁਣ ਅਗਲਾ ਬਚਨ ਕਰਦੇ ਨੇ, ਇਹ ਅੱਖਰ ਖਿਰ ਜਾਹੇਂਗੇ ਓਏ ਅੱਖਰ ਇਨ ਮਹਿ ਨਾਹੇ। ਇਹ ਅੱਖਰ ਮਤਲਬ ਜਿਹੜੇ ਅਸੀਂ ਅੱਖਰ ਬੋਲਦੇ ਆ, ਜਿੰਨੇ ਵੀ ਭਾਸ਼ਾਵਾਂ ਦੇ ਅਕਸ਼ਰ ਨੇ, ਕਿਸੇ ਵੀ ਭਾਸ਼ਾ ਦੇ ਅਕਸ਼ਰ ਨੇ, ਚਾਹੇ ਉਹ ਪੰਜਾਬੀ ਹੈ, ਹਿੰਦੀ ਹੈ, ਇੰਗਲਿਸ਼ ਹੈ ਜਾਂ ਅਰਬੀ ਹੈ, ਫਾਰਸੀ ਹੈ, ਉਰਦੂ ਹੈ, ਦੇਵਨਾਗਰੀ ਹੈ ਜਾਂ ਕਿਸੇ ਵੀ ਦੇਸ਼ ਦੀ ਕੋਈ ਵੀ ਭਾਸ਼ਾ ਹੈ, ਇਹ ਸਾਰੇ ਅੱਖਰ ਖਿਰ ਜਾਹੇਂਗੇ ਦਾ ਮਤਲਬ ਖਤਮ ਹੋ ਜਾਣਗੇ, ਨਾਸ ਹੋ ਜਾਣਗੇ। ਓਏ ਅੱਖਰ ਦਾ ਮਤਲਬ ਉਹ ਅੱਖਰ। ਇੱਥੇ ਨਾ ਪਾਠ ਦੇ ਵਿੱਚ ਥੋੜਾ ਜਿਹਾ ਮਤਭੇਦ ਹੈ। ਬਹੁਤ ਸਾਰੇ ਇਹ ਦੂਜੇ ਅੱਖਰ ਨੂੰ ਪੜ੍ਹਦੇ ਨੇ ਓਏ ਅਖਰ, ਇਹ ਅੱਖਰ ਖਿਰ ਜਾਹੇਂਗੇ, ਓਏ ਅਖਰ ਇਨ ਮੈਂ ਨਾ ਹੈ, ਇੱਥੇ ਅਖਰ ਪੜ੍ਹਦੇ ਨੇ ਤੇ ਅਖਰ ਦਾ ਮੀਨਿੰਗ ਕਰਦੇ ਨੇ ਨਾ ਖਰਨ ਵਾਲਾ ਰੱਬ। ਲੇਕਿਨ ਇੱਥੇ ਅਖਰ ਦਾ ਮੀਨਿੰਗ ਨਾ ਖਰਨ ਵਾਲਾ ਰੱਬ ਨਹੀਂ ਹੈ। ਜੇ ਇੱਥੇ ਰੱਬ ਦੀ ਗੱਲ ਹੁੰਦੀ ਨਾ, ਹੋ ਸਕਦੀ ਸੀ ਅਖਰ ਕਹਿ ਸਕਦੇ ਆ ਕਿ ਜਿਹੜਾ ਖਤਮ ਨਹੀਂ ਹੁੰਦਾ, ਕਿਹਾ ਜਾ ਸਕਦਾ ਹੈ। ਲੇਕਿਨ ਜੇ ਰੱਬ ਦੀ ਗੱਲ ਹੁੰਦੀ ਤਾਂ ਇੱਥੇ ਅੱਖਰ ਦੇ ਰਾਰੇ ਥੱਲੇ ਔਂਕੜ ਆਉਣਾ ਚਾਹੀਦਾ ਸੀ, ਕਿਉਂਕਿ ਰੱਬ ਇੱਕ ਹੈ ਨਾ। ਲੇਕਿਨ ਇੱਥੇ ਅੱਖਰ ਦਾ ਰਾਰਾ ਜਿਹੜਾ ਹੈ ਮੁਕਤਾ ਹੈ। ਜਿਵੇਂ ਪਹਿਲਾ ਇਹ ਅੱਖਰ ਖਿਰ ਜਾਹੇਂਗੇ, ਹੁਣ ਜਾਹੇਂਗੇ ਸ਼ਬਦ ਜਿਹੜਾ ਹੈ ਨਾ ਇਹ ਬਹੁਵਚਨੀ ਹੈ, ਇਸ ਲਈ ਅੱਖਰ ਦਾ ਰਾਰਾ ਵੀ ਮੁਕਤਾ ਹੈ, ਅੱਖਰ ਵੀ ਬਹੁਵਚਨੀ ਹੈ। ਇਹ ਅੱਖਰ ਖਤਮ ਹੋ ਜਾਣਗੇ। ਓਏ ਅੱਖਰ, ਓਏ ਵੀ ਬਹੁਵਚਨੀ ਹੈ ਔਰ ਅੱਖਰ ਦਾ ਰਾਰਾ ਵੀ ਬਹੁਵਚਨੀ ਹੈ। ਇਸ ਲਈ ਇੱਥੇ ਅੱਖਰ ਦਾ ਉਚਾਰਨ ਅਖਰ ਨਹੀਂ ਹੈ, ਇੱਥੇ ਅੱਖਰ ਦਾ ਉਚਾਰਨ ਪਹਿਲੇ ਅੱਖਰ ਦੀ ਤਰ੍ਹਾਂ ਅੱਖਰ ਹੀ ਹੋਏਗਾ। ਇਹਦਾ ਮੀਨਿੰਗ ਵੀ ਅਕਸ਼ਰ ਹੀ ਹੈ। ਓਏ ਅੱਖਰ ਦਾ ਮਤਲਬ ਉਹ ਅਕਸ਼ਰ, ਉਹ ਅੱਖਰ ਇਨ ਮਹਿ ਨਾਹੇ, ਇਹਨਾਂ ਅੱਖਰਾਂ ਵਿੱਚ ਨਹੀਂ ਹਨ। ਇਹ ਅੱਖਰ ਨਾਸ ਹੋ ਜਾਣਗੇ, ਉਹ ਅੱਖਰ ਇਹਨਾਂ ਵਿੱਚ ਨਹੀਂ ਹਨ। ਹੁਣ ਮੀਨਿੰਗ ਤਾਂ ਇਹੀ ਬਣਦਾ ਨਾ ਕਿ ਅਕਸ਼ਰ ਨਾਸ ਹੋ ਜਾਣਗੇ, ਉਹ ਅਕਸ਼ਰ ਇਹਨਾਂ ਵਿੱਚ ਨਹੀਂ ਹਨ। ਲੇਕਿਨ ਗੱਲ ਨਾ ਕੁਝ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸਮਝ ਵਿੱਚ ਨਹੀਂ ਆਈ। ਤਾਂ ਗੱਲ ਇਹ ਹੈ ਕਿ ਜਿਨ੍ਹਾਂ ਅੱਖਰਾਂ ਰਾਹੀਂ ਸਾਰਾ ਜਗਤ ਦਾ ਵਰਤਾਰਾ ਬਿਆਨ ਕੀਤਾ ਜਾ ਰਿਹਾ ਹੈ, ਉਹ ਅੱਖਰ ਇਹਨਾਂ ਵਿੱਚ ਨਹੀਂ ਜਿਸ ਰਾਹੀਂ ਰੱਬ ਦਾ ਅੰਤ ਪਾਇਆ ਜਾ ਸਕੇ, ਰੱਬ ਨੂੰ ਮੁਕੰਮਲ ਤੌਰ ਤੇ ਬਿਆਨ ਕੀਤਾ ਜਾ ਸਕੇ। ਇਹ ਅੱਖਰ ਖਿਰ ਜਾਏਗਾ ਦਾ ਮਤਲਬ ਤੁਹਾਡੇ ਅਕਸ਼ਰ ਖਤਮ ਹੋ ਜਾਣਗੇ। ਕਿੰਨਾ ਕੁ ਬੋਲੀ ਜਾਓਗੇ, ਕਿੰਨਾ ਕੁ ਬੋਲੀ ਜਾਓਗੇ, ਕਿੰਨਾ ਲਿਖੀ ਜਾਓਗੇ, ਉਹ ਲੇਖਾ ਖਤਮ ਹੋ ਜਾਏਗਾ। ਅੱਖਰ ਬੋਲ ਬੋਲ ਕੇ ਖਤਮ ਹੋ ਜਾਣਗੇ, ਲੇਕਿਨ ਉਹ ਅੱਖਰ ਹੈ ਹੀ ਨਹੀਂ ਜਿਨ੍ਹਾਂ ਅੱਖਰਾਂ ਰਾਹੀਂ ਇਹ ਸੰਸਾਰ ਦਾ ਨਿਰੰਕਾਰ ਦਾ ਅੰਤ ਪਾਇਆ ਜਾ ਸਕੇ, ਅੰਤ ਨਹੀਂ ਪਾਇਆ ਜਾ ਸਕਦਾ। ਇਹ ਗੱਲ ਆਪ ਦੀ ਸਮਝ ਵਿੱਚ ਆ ਗਈ ਹੋਈ ਕਿ ਉਹ ਇਹ ਅੱਖਰ ਖਿਰ ਜਾਹੇਂਗੇ ਜਿਨ੍ਹਾਂ ਅੱਖਰਾਂ ਰਾਹੀਂ ਅਸੀਂ ਸੰਸਾਰ ਦਾ ਅਸੀਂ ਬਿਆਨ ਕਰ ਰਹੇ ਹਾਂ, ਬੋਲ ਰਹੇ ਹਾਂ, ਇੱਕ ਦੂਜੇ ਦੇ ਨਾਲ ਸਾਂਝ ਪਾ ਰਹੇ ਹਾਂ। ਤਾਂ ਕੋਈ ਐਸੀ ਭਾਸ਼ਾ, ਕੋਈ ਐਸੀ ਬੋਲੀ, ਕੋਈ ਐਸੇ ਅੱਖਰ ਨਹੀਂ ਜਿਨ੍ਹਾਂ ਰਾਹੀਂ ਇਹ ਨਿਰੰਕਾਰ ਦਾ, ਰਚਨਾ ਦਾ, ਸੰਸਾਰ ਦਾ ਅੰਤ ਪਾਇਆ ਜਾ ਸਕੇ, ਭਾਵ ਕਿ ਇਸ ਜਗਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਪਾਵਨ ਪੰਕਤੀ ਦਾ ਭਾਵ ਅਰਥ ਇਹ ਹੈ, ਜਹਾਂ ਬੋਲ ਤਹ ਅਛਰ ਆਵਾ। ਜਿੱਥੇ ਬੋਲੀ ਹੈ, ਆਵਾ ਦਾ ਮਤਲਬ ਆਉਂਦੇ ਨੇ, ਵਰਤੇ ਜਾਂਦੇ ਨੇ। ਜੋ ਵਰਤਾਰਾ ਬਿਆਨ ਕੀਤਾ ਜਾ ਸਕਦਾ ਹੈ ਉੱਥੇ ਅਕਸ਼ਰ ਆਉਂਦੇ ਨੇ। ਜੋ ਅਸੀਂ ਬਿਆਨ ਕਰ ਰਹੇ ਹਾਂ ਉੱਥੇ ਅਕਸ਼ਰ ਆਣਗੇ ਹੀ ਆਣਗੇ। ਕੁਝ ਵੀ ਬਿਆਨ ਕਰੋਗੇ ਤਾਂ ਅੱਖਰਾਂ ਤੋਂ ਬਿਨਾਂ ਬਿਆਨ ਨਹੀਂ ਨਾ ਹੋ ਸਕਣਾ। ਜੇ ਇਸ਼ਾਰਾ ਵੀ ਤੁਸੀਂ ਕਰੋਗੇ, ਮੰਨ ਲਓ ਕਿ ਮੈਂ ਬੋਲਦਾ ਨਹੀਂ ਤੇ ਮੈਂ ਕਿਸੇ ਚੀਜ਼ ਵੱਲ ਇਸ਼ਾਰਾ ਕਰਦਾ ਕਿ ਉਹ ਚੀਜ਼ ਲੈ ਕੇ ਆ, ਤਾਂ ਵੀ ਮੰਨ ਲਓ ਮੈਂ ਗਲਾਸ ਵੱਲ ਇਸ਼ਾਰਾ ਕਰ ਰਿਹਾ, ਮੈਂ ਬੋਲਿਆ ਨਹੀਂ ਤੇ ਤੁਸੀਂ ਗਲਾਸ ਲੈ ਕੇ ਆਏ, ਤਾਂ ਹੀ ਲੈ ਕੇ ਆਏ ਕਿਉਂਕਿ ਜਦੋਂ ਤੁਸੀਂ ਚੱਕਣ ਜਾਓਗੇ ਤਾਂ ਗਲਾਸ ਤੁਹਾਡੇ ਸ਼ਬਦ ਦੇ ਵਿੱਚੋਂ ਆਏਗਾ, ਉਹ ਅੱਖਰਾਂ ਰਾਹੀਂ ਬਿਆਨ ਹੋਏਗਾ। ਤਾਂ ਜਿੱਥੇ ਵੀ ਜੋ ਵੀ ਵਰਤਾਰਾ ਬਿਆਨ ਕੀਤਾ ਜਾ ਸਕਦਾ ਹੈ ਉੱਥੇ ਅਕਸ਼ਰ ਆਣਗੇ ਹੀ ਆਣਗੇ, ਜ਼ਰੂਰ ਵਰਤੇ ਜਾਣਗੇ। ਜਿੱਥੇ ਵੀ ਬੋਲੀ ਹੈ ਉੱਥੇ ਅਕਸ਼ਰ ਆਉਣਗੇ। ਜਹਾਂ ਬੋਲ ਤਹ ਅਛਰ ਆਵਾ। ਜਿੱਥੇ ਬੋਲੀ ਹੈ, ਜੋ ਕੁਛ ਅਸੀਂ ਬੋਲ ਕੇ ਬਿਆਨ ਕਰਨਾ ਹੈ,
ਤਾਂ ਉੱਥੇ ਅਕਸ਼ਰ ਜ਼ਰੂਰ ਆਉਣਗੇ, ਅੱਖਰ ਵਰਤੇ ਹੀ ਜਾਣਗੇ। ਅੱਖਰ ਵਰਤਨ ਤੋਂ ਬਿਨਾਂ ਅਸੀਂ ਬੋਲ ਨਹੀਂ ਪਾਵਾਂਗੇ। ਯਾਨੀ ਜਿੱਥੇ ਬੋਲੀ ਹੈ, ਜੋ ਵਰਤਾਰਾ ਬਿਆਨ ਕੀਤਾ ਜਾਂਦਾ ਹੈ, ਉੱਥੇ ਅਕਸ਼ਰ ਵਰਤੇ ਜਾਂਦੇ ਨੇ। ਜਹ ਅਬੋਲ ਤਹ ਮਨ ਨਾ ਰਹਾਵਾ, ਜਹ ਅਬੋਲ ਤਹ ਮਨ ਨਾ ਰਹਾਵਾ। ਜਿੱਥੇ ਅਬੋਲ ਹੈ, ਜੋ ਅਵਸਥਾ ਬਿਆਨ ਤੋਂ ਪਰੇ ਹੈ, ਉੱਥੇ ਮਨ ਆਪ ਹੀ ਨਹੀਂ ਰਹਿੰਦਾ। ਮਨ ਨਾ ਰਹਾਵਾ, ਇਹਦੇ ਦੋ ਅਰਥ ਕੀਤੇ ਗਏ ਨੇ ਦੋ ਢੰਗਾਂ ਦੇ ਨਾਲ। ਇੱਕ ਅਰਥ ਭਾਈ ਸਾਹਿਬ ਸਿੰਘ ਜੀ ਇਸ ਤਰ੍ਹਾਂ ਕਰਦੇ ਨੇ ਕਿ ਜੋ ਅਵਸਥਾ ਬਿਆਨ ਤੋਂ ਪਰੇ ਹੈ, ਭਾਵ ਜਦੋਂ ਅਕਾਲ ਪੁਰਖ ਵਿੱਚ ਲੀਨਤਾ ਹੁੰਦੀ ਹੈ, ਉੱਥੇ ਬਿਆਨ ਕਰਨ ਵਾਲਾ ਮਨ ਆਪ ਹੀ ਨਹੀਂ ਰਹਿੰਦਾ। ਮਨ ਨਾ ਰਹਾਵਾ, ਮਨ ਰਹਿੰਦਾ ਹੀ ਨਹੀਂ ਹੈ, ਤਾਂ ਬਿਆਨ ਕੀ ਕਰੇਗਾ? ਜੇ ਇਸ ਅਰਥ ਨੂੰ ਇਸ ਢੰਗ ਨਾਲ ਸਮਝਣਾ ਤਾਂ ਮੈਂ ਤੁਹਾਡੇ ਸਾਹਮਣੇ ਇੱਕ ਨਿੱਕੀ ਜੀ ਮਿਸਾਲ ਰੱਖਾਂਗਾ, ਉਹਦੇ ਰਾਹੀਂ ਇਹ ਸਮਝ ਚੀਜ਼ ਆ ਜਾਏਗੀ। ਮੰਨ ਲਓ ਪਾਣੀ ਦੀ ਨਿੱਕੀ ਜੀ ਬੂੰਦ ਹੈ, ਉਹਨੂੰ ਸਮੁੰਦਰ ਦੇ ਵਿੱਚੋਂ ਹਾਲੇ ਹੁਣੇ ਹੀ ਬਾਹਰ ਕੱਢਿਆ ਹੈ। ਉਂਗਲੀ ਭਿਉਂ ਕੇ ਤੁਸੀਂ ਸਮੁੰਦਰ ਵਿੱਚ ਬਾਹਰ ਕੱਢੀ ਹੈ, ਤੇ ਤੁਹਾਡੀ ਉਂਗਲੀ ਦੇ ਨਾਲ ਇੱਕ ਬੂੰਦ ਲੱਗੀ ਹੋਈ ਹੈ, ਤੇ ਤੁਸੀਂ ਉਸ ਬੂੰਦ ਤੋਂ ਪੁੱਛਦੇ ਹੋ ਕਿ ਇਹ ਬੂੰਦ ਤੂੰ ਸਮੁੰਦਰ ਦਾ ਹਿੱਸਾ ਹੈ ਤੇ ਹੁਣੇ ਤਾਜ਼ੀ ਹੀ ਬਾਹਰ ਆਈ ਹੈ, ਹਾਲੇ ਬਾਹਰ ਕੁਝ ਮਿਲਾਵਟ ਵੀ ਨਹੀਂ ਹੋਈ, ਤੇ ਸਾਨੂੰ ਸਮੁੰਦਰ ਬਾਰੇ ਬੋਲ ਕੇ ਦੱਸ ਵੀ ਸਮੁੰਦਰ ਕਿੰਨਾ ਵੱਡਾ ਹੈ, ਸਮੁੰਦਰ ਕੀ ਹੈ। ਤੇ ਮੰਨ ਲਓ ਸਪੋਜ਼ ਕਿ ਉਹ ਬੂੰਦ ਬੋਲ ਕੇ ਤੁਹਾਨੂੰ ਦੱਸਣ ਲੱਗ ਜਾਏ, ਤਾਂ ਉਹ ਕਿੰਨਾ ਕੁ ਦੱਸੇਗੀ? ਉਹ ਬੂੰਦ ਕਿੰਨਾ ਕੁ ਦੱਸ ਪਾਏਗੀ? ਇੰਨਾ ਕੁ ਨਾ, ਜਿੰਨੀ ਕੁ ਉਹ ਹੈ ਇੰਨਾ ਕੁ ਦੱਸ ਪਾਏਗੀ। ਸਮੁੰਦਰ ਨੂੰ ਉਹ ਪੂਰਾ ਬੂੰਦ ਬਿਆਨ ਕਰ ਨਹੀਂ ਪਾਏਗੀ, ਕਿਉਂਕਿ ਉਹ ਬੂੰਦ ਇੰਨੀ ਕੁ ਹੈ, ਉਹਦੀ ਸੀਮਾ ਹੀ ਇੰਨੀ ਕੁ ਹੈ, ਉਹ ਇੰਨੀ ਕੁ ਚੀਜ਼ ਦੇ ਵਿੱਚ ਸੀਮਤ ਹੋ ਗਈ ਹੈ। ਉਹ ਸਮੁੰਦਰ ਬਾਰੇ ਜੋ ਬਿਆਨ ਕਰਕੇ ਦੱਸੇਗੀ ਉਹ ਪੂਰਾ ਮੁਕੰਮਲ ਨਹੀਂ ਹੋਏਗਾ। ਤੇ ਹੁਣ ਤੁਸੀਂ ਉਸ ਬੂੰਦ ਨੂੰ ਸਮੁੰਦਰ ਦੇ ਵਿੱਚ ਡੇਗ ਦਿਓ, ਉਂਗਲੀ ਹਿਲਾ ਕੇ ਸਮੁੰਦਰ ਵਿੱਚ ਡੇਗੋ। ਹੁਣ ਉਹ ਬੂੰਦ ਸਮੁੰਦਰ ਜਿੱਡੀ ਵੱਡੀ ਮਹਾਨ ਹੋ ਗਈ, ਤੇ ਹੁਣ ਸਮੁੰਦਰ ਦੇ ਕਿਨਾਰੇ ਤੇ ਖਲੋ ਕੇ ਆਵਾਜ਼ਾਂ ਮਾਰ ਕੇ ਪੁੱਛੋ ਕਿ ਇਹ ਬੂੰਦ, ਹੁਣ ਤੂੰ ਸਮੁੰਦਰ ਜਿੱਡੀ ਵੱਡੀ ਹੋ ਗਈ, ਹੁਣ ਦੱਸ ਵੀ ਸਮੁੰਦਰ ਕਿੰਨਾ ਵੱਡਾ ਹੈ, ਸਮੁੰਦਰ ਦੇ ਵਿੱਚ ਕਿੰਨਾ ਪਾਣੀ ਹੈ, ਕਿਹੜੇ ਕਿਹੜੇ ਪਦਾਰਥ ਨੇ। ਤੁਸੀਂ ਆਵਾਜ਼ਾਂ ਮਾਰਦੇ ਰਹੋਗੇ, ਅੱਗੋਂ ਆਵਾਜ਼ ਨਹੀਂ ਆਏਗੀ, ਕਿਉਂਕਿ ਹੁਣ ਬੂੰਦ ਹੀ ਨਹੀਂ ਰਹੀ। ਹੁਣ ਬੋਲੇ ਕਿਵੇਂ? ਹੁਣ ਬੂੰਦ ਰਹੀ ਨਹੀਂ, ਹੁਣ ਉਹ ਸਮੁੰਦਰ ਹੋ ਗਈ ਨਾ, ਹੁਣ ਬੋਲ ਨਹੀਂ ਪਾਏ। ਤਾਂ ਇਹਨਾਂ ਦੋਵਾਂ ਹਾਲਾਤਾਂ ਦੇ ਅੰਦਰ ਬੂੰਦ ਸਮੁੰਦਰ ਬਾਰੇ ਮੁਕੰਮਲ ਕੁਝ ਨਹੀਂ ਕਹਿ ਪਾਏ। ਜਦੋਂ ਵੱਖਰੀ ਹੈ, ਉਹ ਬਿਆਨ ਕਰੇਗੀ ਤੇ ਉਹ ਇੰਨਾ ਕੁ ਬਿਆਨ ਕਰੇਗੀ, ਲੇਕਿਨ ਜਦੋਂ ਸਮੁੰਦਰ ਵਿੱਚ ਮਿਲ ਜਾਏਗੀ ਉਦੋਂ ਬੂੰਦ ਨੇ ਰਹਿਣਾ ਨਹੀਂ, ਉਦੋਂ ਕੁਝ ਬਿਆਨ ਨਹੀਂ ਕਰ ਪਾਏਗੀ। ਕੀ ਦੱਸੇ? ਇਹ ਗੱਲ ਸਮਝ ਆ ਗਈ ਨਾ? ਭਾਈ ਸਾਹਿਬ ਸਿੰਘ ਜੀ ਇਹਨੂੰ ਇਸ ਤਰ੍ਹਾਂ ਵਿਆਖਿਆਨ ਕਰ ਰਹੇ ਨੇ ਕਿ ਜੋ ਅਵਸਥਾ ਬਿਆਨ ਤੋਂ ਪਰੇ ਹੈ, ਭਾਵ ਜਦੋਂ ਅਕਾਲ ਪੁਰਖ ਵਿੱਚ ਲੀਨਤਾ ਹੁੰਦੀ ਹੈ, ਉੱਥੇ ਬਿਆਨ ਕਰਨ ਵਾਲਾ ਮਨ ਨਹੀਂ ਰਹਿੰਦਾ। ਤੇ ਜਿਹੜੇ ਵਿਦਵਾਨ ਹੋਰ ਨੇ, ਉਹਨਾਂ ਨੇ ਇਸ ਪੰਕਤੀ ਦੇ ਮੀਨਿੰਗ ਹੋਰ ਢੰਗ ਨਾਲ ਲੈ ਨੇ। ਜਹਾਂ ਬੋਲ ਤਹ ਅਕਸ਼ਰ ਆਵਾ, ਕਿ ਜਿੱਥੇ ਅਸੀਂ ਬੋਲਦੇ ਹਾਂ ਉੱਥੇ ਅਕਸ਼ਰਾਂ ਦਾ ਯੂਜ਼ ਹੁੰਦਾ ਹੈ, ਉੱਥੇ ਵਰਡਿੰਗ ਨੂੰ ਅਸੀਂ ਯੂਜ਼ ਕਰਦੇ ਹਾਂ, ਸ਼ਬਦਾਵਲੀ ਯੂਜ਼ ਕਰਦੇ ਹਾਂ। ਜਹਾਂ ਅਬੋਲ ਤਹ ਮਨ ਨਾ ਰਹਾਵਾ, ਤਾਂ ਜਹਾਂ ਬੋਲ ਤਹ ਅਕਸ਼ਰ ਆਵਾ, ਜਹ ਅਬੋਲ ਤਹ ਮਨ ਨਾ ਰਹਾਵਾ। ਪਰ ਜਿੱਥੇ ਕੋਈ ਬੋਲੀ ਨਹੀਂ ਹੈ, ਜਿੱਥੇ ਬੋਲੀ ਨਹੀਂ ਹੈ, ਉੱਥੇ ਮਨ ਨਹੀਂ ਠਹਿਰਦਾ। ਬੋਲੀ ਬਿਨਾ ਕੋਈ ਖਿਆਲ ਅਸੀਂ ਬਣ ਨਹੀਂ ਸਕਦੇ। ਸਾਡੇ ਅੰਦਰ ਉੱਥੇ ਸੰਕਲਪ ਵਿਕਲਪ ਤਾਂ ਪੈਦਾ ਨਹੀਂ ਹੋਣਗੇ। ਜਿੱਥੇ ਬੋਲੀ ਨਹੀਂ ਹੈ ਉੱਥੇ ਮਨ ਨਹੀਂ ਰੁਕੇਗਾ, ਮਨ ਉੱਥੇ ਰੁਕਦਾ ਹੀ ਨਹੀਂ। ਜਿੱਥੇ ਬੋਲੀ ਨਹੀਂ, ਜਿੱਥੇ ਕੋਈ ਫੁਰਨਾ ਨਹੀਂ ਹੈ, ਉੱਥੇ ਮਨ ਟਿਕਦਾ ਨਹੀਂ, ਕਿਉਂਕਿ ਮਨ ਉਸ ਅਵਸਥਾ ਵਿੱਚ ਪਹੁੰਚਦਾ ਹੀ ਨਹੀਂ ਹੈ ਜਿੱਥੇ ਮਤਲਬ ਫੁਰਨੇ ਫੁਰਦੇ ਹੀ ਨਹੀਂ, ਅਫੁਰ ਅਵਸਥਾ ਵਿੱਚ ਪਹੁੰਚਦਾ ਹੀ ਨਹੀਂ ਮਨ, ਉੱਥੇ ਕੋਈ ਸੀ ਖਿਆਲ ਨਹੀਂ ਬਣ ਸਕਦੇ। ਤਾਂ ਦੂਜਾ ਅਰਥ ਉਹਨਾਂ ਨੇ ਇਸ ਢੰਗ ਦੇ ਨਾਲ ਲਿਆ ਹੈ, ਜਿੱਥੇ ਬੋਲੀ ਹੈ ਉੱਥੇ ਅੱਖਰ ਜ਼ਰੂਰ ਵਰਤੇ ਜਾਣਗੇ, ਤੇ ਜਿੱਥੇ ਬੋਲੀ ਨਹੀਂ ਉੱਥੇ ਮਨ ਨਹੀਂ ਠਹਿਰ ਸਕਦਾ, ਭਾਵ ਅਬੋਲ ਅਵਸਥਾ ਦੇ ਵਿੱਚ ਮਨ ਟਿਕਦਾ ਹੀ ਨਹੀਂ ਹੈ। ਦੂਜਾ ਅਰਥ ਉਹਨਾਂ ਨੇ ਇਸ ਢੰਗ ਦੇ ਨਾਲ ਲਿਆ ਹੈ। ਅੱਗੇ ਬਚਨ ਕਰਦੇ ਨੇ, ਬੋਲ ਅਬੋਲ ਮਦ ਹੈ ਸੋਈ। ਜਿੱਥੇ ਅੱਖਰ ਵਰਤੇ ਜਾ ਸਕਦੇ ਨੇ, ਔਰ ਅਬੋਲ ਦਾ ਮਤਲਬ ਜਿੱਥੇ ਅੱਖਰ ਨਹੀਂ ਵਰਤੇ ਜਾਂਦੇ, ਮਿਲਾਪ ਵਾਲੀ ਅਵਸਥਾ ਹੈ। ਮਦ ਦਾ ਮਤਲਬ ਵਿੱਚ, ਸੋਈ ਦਾ ਮਤਲਬ ਰੱਬ। ਜਿੱਥੇ ਅੱਖਰ ਵਰਤੇ ਜਾ ਸਕਦੇ ਨੇ,
ਭਾਵ ਜਿਹੜੀ ਅਸੀਂ ਅਵਸਥਾ ਬਿਆਨ ਕਰ ਸਕਦੇ ਹਾਂ ਸੰਸਾਰ ਬਾਰੇ, ਅਸੀਂ ਜਿੰਨਾ ਬੋਲ ਸਕਦੇ ਹਾਂ, ਤੇ ਜਿਸ ਹਾਲਾਤ ਵਿੱਚ ਬਿਆਨ ਨਹੀਂ ਹੋ ਸਕਦਾ, ਜਿੱਥੇ ਉਹ ਬੂੰਦ ਸਮੁੰਦਰ ਵਿੱਚ ਮਿਲ ਗਈ ਹੈ, ਮੱਧ ਹੈ ਸੋਈ ਦਾ ਮਤਲਬ ਇਹਨਾਂ ਦੋਵਾਂ ਹਾਲਾਤਾਂ ਦੇ ਵਿੱਚ ਰੱਬ ਮੌਜੂਦ ਹੈ। ਜਿੱਥੇ ਅਸੀਂ ਉਹਦਾ ਅੰਤ ਨਹੀਂ ਪਾ ਸਕਦੇ, ਉੱਥੇ ਵੀ ਉਹ ਮੌਜੂਦ ਹੈ, ਤੇ ਜਿੰਨੀਆਂ ਕੁ ਅਸੀਂ ਗੱਲਾਂ ਕਰ ਸਕਦੇ ਹਾਂ, ਉਹਦੇ ਬਾਰੇ ਬਿਆਨ ਕਰ ਸਕਦੇ ਹਾਂ, ਉੱਥੇ ਵੀ ਮੌਜੂਦ ਹੈ। ਦੋਵਾਂ ਹਾਲਾਤਾਂ ਵਿੱਚ ਹੀ ਮੌਜੂਦ, ਭਾਵ ਕਿ ਉਹ ਹਰ ਥਾਂ ਦੇ ਉੱਤੇ ਮੌਜੂਦ ਹੈ। ਜਿਹੜਾ ਵਰਤਾਰਾ ਅਸੀਂ ਬਿਆਨ ਕਰ ਸਕਦੇ ਹਾਂ, ਜਿੱਥੇ ਅੱਖਰ ਵਰਤੇ ਜਾ ਰਹੇ ਨੇ, ਜੋ ਚੀਜ਼ ਬਿਆਨ ਕੀਤੀ ਜਾ ਰਹੀ ਹੈ, ਜਿਵੇਂ ਹੁਣ ਮੈਂ ਆਪ ਦੇ ਨਾਲ ਵਿਚਾਰ ਵਟਾਂਦਰਾ ਕਰ ਰਿਹਾ, ਤਾਂ ਰੱਬ ਹੁਣ ਵੀ ਮੌਜੂਦ ਹੈ। ਤੇ ਜੇ ਮੇਰਾ ਰੱਬ ਦੇ ਵਿੱਚ ਅਭੇਦਤਾ ਹੋ ਜਾਏ, ਜਿਹਨੂੰ ਮੈਂ ਬਿਆਨ ਹੀ ਨਹੀਂ ਕਰ ਸਕਦਾ, ਰੱਬ ਉੱਥੇ ਵੀ ਮੌਜੂਦ ਹੈ। ਉਹ ਦੋਵਾਂ ਹਾਲਾਤਾਂ ਦੇ ਵਿੱਚ ਹਰ ਥਾਂ ਦੇ ਉੱਤੇ ਪਰਿਪੂਰਨ ਹੈ। ਚਾਰ ਚਫੇਰੇ ਉਹ ਇੱਕ ਸਮਾਇਆ ਹੋਇਆ ਹੈ, ਦੋਵਾਂ ਹਾਲਾਤਾਂ ਵਿੱਚ ਮੌਜੂਦ ਹੈ। ਪਰ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਜਸ ਉਹ ਹੈ ਤਸ ਲਖੈ ਨਾ ਕੋਈ। ਜਸ ਦਾ ਮਤਲਬ ਜੈਸਾ, ਜਿਹੋ ਜਿਹਾ। ਤਸ ਦਾ ਮਤਲਬ ਤਿਹੋ ਜਿਹਾ, ਉਹੋ ਜਿਹਾ। ਲਖੈ ਦਾ ਮਤਲਬ ਵੇਖਣਾ, ਬਿਆਨ ਕਰਨਾ। ਉਹ ਦਾ ਮਤਲਬ ਪ੍ਰਭੂ। ਜਸ ਉਹ ਹੈ, ਜਿਹੋ ਜਿਹਾ ਰੱਬ ਹੈ, ਤਸ ਲਖੈ ਨਾ ਕੋਈ, ਤਿਹੋ ਜਿਹਾ ਹੂ ਬਹੂ ਉਹਨੂੰ ਕੋਈ ਵੇਖ ਨਹੀਂ ਸਕਦਾ, ਮੀਨਸ ਕਿ ਬਿਆਨ ਨਹੀਂ ਕਰ ਸਕਦਾ। ਜੈਸਾ ਰੱਬ ਹੈ, ਉਹਨੂੰ ਹੂ ਬਹੂ ਬਿਆਨ ਨਹੀਂ ਕਰ ਸਕਦਾ ਕੋਈ ਵੀ। ਹੁਣ ਕਿਵੇਂ ਬਿਆਨ ਕਰੋਗੇ ਇਸ ਸੰਸਾਰ ਨੂੰ? ਜਿਵੇਂ ਦਾ ਜੇ ਅਸੀਂ ਸੰਸਾਰ ਦੀ ਗੱਲ ਕਰੀਏ, ਤਾਂ ਇਸ ਸੰਸਾਰ ਨੂੰ ਹੂ ਬਹੂ ਕਿਵੇਂ ਬਿਆਨ ਕਰੋਗੇ? ਕਿਉਂਕਿ ਬਿਆਨ ਕਰਨ ਵਾਸਤੇ ਲਫ਼ਜ਼ ਹੀ ਹੈ ਨਹੀਂ, ਹੂ ਬਹੂ ਇਹਨੂੰ ਬਿਆਨ ਕਰ ਹੀ ਨਹੀਂ ਪਾਵਾਂਗੇ। ਸੰਸਾਰ ਦਾ ਹੀ ਅੰਤ ਨਹੀਂ ਪੈਂਦਾ, ਸੰਸਾਰ ਦਾ ਹੀ ਅੰਤ ਨਹੀਂ ਪੈਂਦਾ। ਜਿਵੇਂ ਦਾ ਉਹ ਹੈ, ਉਹਨੂੰ ਮੁਕੰਮਲ ਉਸੇ ਤਰ੍ਹਾਂ ਦਾ ਤੁਸੀਂ ਵੇਖ ਨਹੀਂ ਪਾਓਗੇ। ਔਰ ਦੇਖੋ, ਇਹ ਚੀਜ਼ ਨੂੰ ਨਾ ਸਿੰਪਲ ਛੋਟੀ ਜਿਹੀ ਮਿਸਾਲ ਨਾਲ ਅਸੀਂ ਸਮਝਣ ਦਾ ਯਤਨ ਕਰਦੇ ਹਾਂ। ਹੁਣ ਮੰਨ ਲਓ ਤੁਸੀਂ ਆਪਣੇ ਘਰ ਨੂੰ ਦੇਖਦੇ ਹੋ, ਤੁਹਾਡਾ ਘਰ ਹੈ, ਤੇ ਘਰ ਕਿੰਨਾ ਕਿ 2, 3, 4 ਬੈਡਰੂਮ ਦਾ। ਹੁਣ ਤੁਸੀਂ ਬਿਆਨ ਕਰਦੇ ਹੋ ਕਿ ਸਾਡਾ ਘਰ 4 ਬੈਡਰੂਮ ਦਾ, ਤੇ ਆਪਣਾ ਘਰ ਵਿਖਾਉਣ ਵਾਸਤੇ ਕਿਸੇ ਨੂੰ ਲੈ ਕੇ ਜਾਂਦੇ ਹੋ। ਇੱਕ ਸਾਈਡ ਤੋਂ ਦੇਖ ਰਹੇ ਹੋ ਤੇ ਦੂਜੀ ਸਾਈਡ ਤੋਂ ਤੇ ਤੁਹਾਡਾ ਘਰ ਹੀ ਨਹੀਂ ਦਿਸ ਰਿਹਾ ਹੂ ਬਹੂ। ਜੇ ਤੁਸੀਂ ਫਰੰਟ ਸਾਈਡ ਤੋਂ ਦੇਖ ਰਹੇ ਹੋ, ਹਾਲਾਂਕਿ ਘਰ ਛੋਟਾ ਜਿਹਾ ਹੈ, ਉਹਨੂੰ ਮੁਕੰਮਲ ਤੁਸੀਂ ਦੇਖ ਨਹੀਂ ਪਾਓਗੇ। ਪਿਛਲੀ ਜਿਹੜੀ ਸਾਈਡ ਹੈ ਉਹ ਤੁਹਾਨੂੰ ਦਿਸ ਨਹੀਂ ਨਾ ਰਹੀ। ਇੱਕੋ ਟਾਈਮ ਦੇ ਵਿੱਚ ਤੁਸੀਂ ਘਰ ਨੂੰ ਪੂਰਾ ਨਹੀਂ ਦੇਖ ਪਾਓਗੇ। ਔਰ ਫਿਰ ਅੱਗੇ ਚੱਲ ਕੇ ਤੁਸੀਂ ਦੇਖੋਗੇ ਤਾਂ ਤੁਸੀਂ ਪੂਰੇ ਘਰ ਨੂੰ ਫਿਰ ਅੰਦਰ ਵੜ ਕੇ ਵੀ ਨਹੀਂ ਵੇਖ ਪਾਓਗੇ, ਪੂਰੇ ਘਰ ਨੂੰ ਮੁਕੰਮਲ। ਇਹ ਚੀਜ਼ ਨੂੰ ਨਾ ਥੋੜਾ ਜਿਹਾ ਧਿਆਨ ਨਾਲ ਸਮਝਣਾ। ਤੁਸੀਂ ਮੈਨੂੰ ਆਪਣੇ ਘਰ ਵਿੱਚ ਲੈ ਜਾਂਦੇ ਹੋ, ਕਹਿੰਦੇ ਹੋ ਵੀਰ ਜੀ ਇਹ ਸਾਡੀ ਰਸੋਈ ਹੈ, ਤਾਂ ਯਾਦ ਰੱਖਣਾ ਉਹ ਸਿਰਫ ਰਸੋਈ ਹੀ ਹੈ, ਘਰ ਨਹੀਂ ਤੁਹਾਡਾ। ਘਰ ਤਾਂ ਹਾਲੇ ਵੀ ਨਹੀਂ ਸਾਰਾ ਦਿਸਿਆ ਨਾ, ਰਸੋਈ। ਤੁਸੀਂ ਕਹਿੰਦੇ ਸਾਡਾ ਮਾਸਟਰ ਬੈਡਰੂਮ ਹੈ, ਤਾਂ ਉਹ ਸਿਰਫ ਮਾਸਟਰ ਬੈਡਰੂਮ ਹੈ, ਸਾਰਾ ਘਰ ਨਹੀਂ। ਹੁਣ ਜਿੱਥੇ ਤੁਹਾਡਾ ਮਾਸਟਰ ਬੈਡਰੂਮ ਮੈਂ ਵੇਖ ਰਿਹਾ, ਉੱਥੇ ਰਸੋਈ ਨਹੀਂ ਦਿਸ ਰਹੀ। ਜਿੱਥੇ ਰਸੋਈ ਦਿਸ ਰਹੀ, ਉੱਥੇ ਮਾਸਟਰ ਬੈਡਰੂਮ ਨਹੀਂ ਦਿਸ ਰਿਹਾ। ਕਹਿਣ ਤੋਂ ਮੇਰਾ ਮਤਲਬ ਕਿ ਅਸੀਂ ਨਿੱਕੇ ਜਿਹੇ ਘਰ ਨੂੰ ਵੀ ਮੁਕੰਮਲ ਇੱਕੋ ਟਾਈਮ ਦੇ ਵਿੱਚ ਨਹੀਂ ਨਾ ਵੇਖ ਸਕਦੇ। ਇਹ ਚੀਜ਼ ਸਿਰਫ ਇੱਕ ਮਿਸਾਲ ਵਜੋਂ ਵਰਤ ਰਿਹਾ। ਜੇ ਇਹਦੇ ਵਿੱਚ ਤਰਕ ਹੋਵੇ ਤਾਂ ਇਸ ਤਰਕ ਨੂੰ ਕੱਟਿਆ ਜਾ ਸਕਦਾ ਹੈ। ਇਹ ਛੋਟੀ ਜਿਹੀ ਮਿਸਾਲ ਹੈ ਸਮਝਣ ਲਈ ਸਿਰਫ। ਹੁਣ ਇਸ ਪੂਰੇ ਦੇ ਪੂਰੇ ਬ੍ਰਹਿਮੰਡ ਨੂੰ ਕਿਵੇਂ ਬਿਆਨ ਕਰੋਗੇ? ਪੂਰੇ ਬ੍ਰਹਿਮੰਡ ਨੂੰ ਹੂ ਬਹੂ ਬਿਆਨ ਨਹੀਂ ਕੀਤਾ ਜਾ ਸਕਦਾ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਣਾ ਚਾਹ ਰਹੇ ਨੇ ਕਿ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਮੁਕੰਮਲ ਉਹਨੂੰ ਉਸੇ ਤਰ੍ਹਾਂ ਦਾ, ਜਿਸ ਤਰ੍ਹਾਂ ਦਾ ਉਹ ਹੈ, ਉਸੇ ਤਰ੍ਹਾਂ ਦਾ ਉਹਨੂੰ ਮੁਕੰਮਲ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਚੀਜ਼ ਨੂੰ ਹੋਰ ਇੱਕ ਮਿਸਾਲ ਨਾਲ ਅਸੀਂ ਸਮਝਣ ਦਾ ਯਤਨ ਕਰਦੇ ਹਾਂ। ਇੱਕ ਗੁਲਾਬ ਦਾ ਫੁੱਲ ਹੈ, ਜਿਸ ਗੁਲਾਬ ਦੇ ਫੁੱਲ ਨੂੰ ਅਸੀਂ ਪੂਰੇ ਦੇ ਪੂਰੇ ਨੂੰ ਵੇਖ ਰਹੇ ਹਾਂ, ਤੇ ਹੁਣ ਉਹਨੂੰ ਬਿਆਨ ਅਸੀਂ ਕਰਨਾ ਚਾਹੁੰਦੇ ਹਾਂ ਕਿ ਬੜਾ ਸੋਹਣਾ ਹੈ। ਹੁਣ ਗੁਲਾਬ ਦਾ ਫੁੱਲ ਬੜਾ ਸੋਹਣਾ ਹੈ, ਇੰਨਾ ਕੀ ਕਹਿ ਸਕੋਗੇ? ਇਸ ਤੋਂ ਜ਼ਿਆਦਾ ਕੁਝ ਕਹਿ ਦਿਓ। ਹੁਣ ਬੜਾ ਸੋਹਣਾ ਕਹਿਣ ਨਾਲ ਤੇ ਉਹ ਬਿਆਨ ਨਹੀਂ ਨਾ ਹੋਇਆ ਵੀ ਕਿੰਨਾ ਸੋਹਣਾ ਹੈ। ਅਸੀਂ ਕਹਿ ਦਾਂਗੇ ਵੰਡਰਫੁਲ ਹੈ, ਹੈਰਾਨ ਕਰ ਦੇਣ ਵਾਲਾ ਹੈ, ਬੜਾ ਸੋਹਣਾ ਹੈ, ਪਰ ਕਿੰਨਾ ਸੋਹਣਾ ਹੈ, ਕਿੰਨੇ ਕਿਲੋ ਸੋਹਣਾ ਹੈ, ਉਹਨੂੰ ਤੋਲ ਕੇ, ਸੁਹੱਪਨ ਨੂੰ, ਸੁੰਦਰਤਾ ਨੂੰ ਤੋਲ ਕੇ, ਮੀਟਰਾਂ ਨਾਲ ਨਾਪ ਕੇ, ਲੀਟਰਾਂ ਨਾਲ ਨਾਪ ਕੇ ਬਿਆਨ ਕਰ ਸਕਦੇ ਹੋ? ਅੱਖਰਾਂ ਦੇ ਨਾਲ ਤਾਂ ਤੁਸੀਂ ਗੁਲਾਬ ਦੇ ਛੋਟੇ ਜਿਹੇ ਫੁੱਲ ਦੀ ਸੁੰਦਰਤਾ ਨੂੰ ਬਿਆਨ ਨਹੀਂ ਕਰ ਪਾਓਗੇ। ਹਾਂ, ਉਹਨੂੰ ਮਾਣਿਆ ਜਾ ਸਕਦਾ ਹੈ। ਗੁਲਾਬ ਦਾ ਫੁੱਲ ਕਿੰਨਾ ਸੁੰਦਰ ਹੈ,
मैं तुहाडे तो बार-बार पूछां भी किन्ना सुंदर है, तो तुसी कहोगे बड़ा सुंदर है। ਤਾਂ ਫਿਰ ਮੈਂ ਕਹਾਂ ਤਾਂ ਫਿਰ ਤੁਸੀਂ ਇੱਕ ਹੀ ਗੱਲ ਕਹਿ ਸਕਦੇ ਹੋ, ਵੀਰ ਜੀ ਐਵੇਂ ਨਹੀਂ ਬਿਆਨ ਹੋਣਾ ਵੀ ਚਲ ਤੁਹਾਨੂੰ ਉੱਥੇ ਲੈ ਚੱਲਣਾ, ਇਹ ਗੁਲਾਬ ਦਾ ਫੁੱਲ ਹੈ, ਹੁਣ ਤੁਸੀਂ ਆਪ ਦੇਖੋ। ਹੁਣ ਮੈਂ ਆਪ ਉਸ ਸੁੰਦਰਤਾ ਨੂੰ ਮਾਣ ਸਕਦਾ ਹਾਂ, ਪਰ ਅੱਖਰਾਂ ਰਾਹੀਂ ਬਿਆਨ ਨਹੀਂ ਕਰ ਪਾਵਾਂਗਾ। ਇਸੇ ਤਰ੍ਹਾਂ ਇਸ ਪੂਰੇ ਸੰਸਾਰ ਨੂੰ, ਪੂਰੇ ਦੇ ਨਿਰੰਕਾਰ ਨੂੰ ਅਸੀਂ ਆਨੰਦ ਨੂੰ ਮਾਣ ਸਕਦੇ ਹਾਂ, ਉਹਨੂੰ ਬਿਆਨ ਨਹੀਂ ਕਰ ਪਾਵਾਂਗੇ, ਇਹਦਾ ਅੰਤ ਨਹੀਂ ਪਾ ਸਕਾਂਗੇ। ਜਸ ਉਹ ਹੈ ਤਸ ਲਖੇ ਨਾ ਕੋਈ, जैसा वो है हू बहू ਉਹਨੂੰ ਕੋਈ ਬਿਆਨ ਕਰਕੇ ਦੂਜਿਆਂ ਨੂੰ ਦੱਸ ਨਹੀਂ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਆਨੰਦ ਨੂੰ, ਇਸ ਖੁਸ਼ੀ ਨੂੰ, ਪ੍ਰਸੰਨਤਾ ਨੂੰ ਮਾਣਿਆ ਜਾ ਸਕਦਾ ਹੈ। ਪ੍ਰੇਮ ਦੇ ਨਾਲ ਰਹਿਣ ਦਾ ਕੀ ਸੁੱਖ ਹੈ, ਉਹ ਅਸੀਂ ਪ੍ਰੇਮ ਦੇ ਨਾਲ ਰਹਿ ਕੇ ਹੀ ਮਾਣ ਸਕਦੇ ਹਾਂ, ਬਿਆਨ ਕਰਕੇ ਨਹੀਂ ਦੱਸਿਆ ਜਾ ਸਕਦਾ ਵੀ ਇਹ ਆਨੰਦ ਹੈ। ਸੱਚੀ ਜ਼ਿੰਦਗੀ ਜੀਣ ਦੇ ਨਾਲ ਕਿੰਨੀ ਸ਼ਾਂਤੀ ਮਿਲਦੀ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮੁਕੰਮਲ ਤੌਰ ਤੇ, ਉਹਦੇ ਬਾਰੇ ਕੁਝ ਦੱਸਿਆ ਜਾ ਸਕਦਾ ਹੈ, ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ, ਪਰ ਸੱਚੀ ਜ਼ਿੰਦਗੀ ਜੀਣ ਦਾ ਜੋ ਆਨੰਦ ਹੈ ਉਹ ਸੱਚੀ ਜ਼ਿੰਦਗੀ ਜੀ ਕੇ ਹੀ ਮਾਣਿਆ ਜਾ ਸਕਦਾ ਹੈ। ਜਸ ਉਹ ਹੈ ਤਸ ਲਖੇ ਨਾ ਕੋਈ। ਅੱਲਾਹ ਲਹੋਂ ਤੋ ਕਿਆ ਕਹੋਂ, ਕਹੋਂ ਤਾਂ ਕੋ ਉਪਕਾਰ। ਇੱਥੇ ਕਹੋਂ ਪੜਨਾ ਹੈ, ਲਹੋਂ ਪੜਨਾ ਹੈ, ਕਿਉਂਕਿ ਫਸਟ ਪਰਸਨ ਦੀ ਗੱਲ ਹੋ ਰਹੀ ਹੈ। ਅੱਲਾਹ, ਅੱਲਾਹ ਦਾ ਮਤਲਬ ਅਲੱਬ, ਜਿਹਨੂੰ ਲੱਭਿਆ ਨਾ ਜਾ ਸਕੇ, ਜਿਹਦਾ ਅੰਤ ਨਾ ਜਾਣਿਆ ਜਾ ਸਕੇ, ਜਿਹਨੂੰ ਬਿਆਨ ਨਾ ਕੀਤਾ ਜਾ ਸਕੇ, ਜਿਹਨੂੰ ਮੁਕੰਮਲ ਤੌਰ ਤੇ ਵੇਖਿਆ ਨਾ ਜਾ ਸਕੇ, ਅਲੱਬ। ਲਹੋਂ, ਜੇ ਮੈਂ ਲੱਭ ਵੀ ਲਵਾਂ, ਮੰਨ ਲਓ ਮੈਂ ਉਹਨੂੰ ਜਾਣ ਵੀ ਲਵਾਂ, ਤਾਂ ਕਿਆ ਕਹੋਂ, ਤਾਂ ਮੈਂ ਜਾਣ ਕੇ ਉਹਦੇ ਬਾਰੇ ਕਵਾਂਗਾ ਵੀ ਕੀ। ਕਹੋਂ ਤਾਂ ਕੋ ਉਪਕਾਰ, ਜੇ ਮੈਂ ਕਹਾਂ ਵੀ ਤਾਂ ਉਹਦਾ ਫਾਇਦਾ ਕੀ ਹੋਏਗਾ, ਉਹਦਾ ਲਾਭ ਨਹੀਂ ਹੋ ਸਕਦਾ। ਜੇ ਉਸ ਅਲੱਭ ਪ੍ਰਭੂ ਨੂੰ ਮੈਂ ਲੱਭ ਵੀ ਲਵਾਂ, ਜਾਣ ਵੀ ਲਵਾਂ, ਤਾਂ ਉਹਦਾ ਸਹੀ ਸਰੂਪ ਬਿਆਨ ਨਹੀਂ ਕਰ ਸਕਦਾ। ਤੇ ਜੇ ਮੈਂ ਕੁਝ ਬਿਆਨ ਕਰਾਂ ਵੀ ਤਾਂ ਉਹਦਾ ਲਾਭ ਨਹੀਂ ਹੋਣਾ, ਕਿਉਂਕਿ ਮੈਂ ਮੁਕੰਮਲ ਬਿਆਨ ਕਰ ਨਹੀਂ ਨਾ ਪਾਵਾਂਗਾ, ਮੈਂ ਮੁਕੰਮਲ ਤੌਰ ਤੇ ਬਿਆਨ ਨਹੀਂ ਕਰ ਪਾਵਾਂਗਾ। ਤਾਂ ਫਿਰ ਉਹਦਾ ਲਾਭ ਕੀ ਹੋਇਆ, ਕਿਉਂਕਿ ਮੈਂ ਮੁਕੰਮਲ ਬਿਆਨ ਨਹੀਂ ਕਰ ਪਾਇਆ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਫਿਰ ਇੱਥੇ ਸਮਝਾ ਰਹੇ ਨੇ ਕਿ ਜੇ ਮੈਂ ਉਹਨੂੰ ਜਾਣ ਵੀ ਲਵਾਂ, ਮੈਂ ਕੁਝ ਕਹਿਣ ਦਾ ਯਤਨ ਵੀ ਕਰਾਂ, ਤਾਂ ਵੀ ਮੈਂ ਉਹਨੂੰ ਮੁਕੰਮਲ ਬਿਆਨ ਨਹੀਂ ਕਰ ਪਾਵਾਂਗਾ। ਮੀਨਸ ਕਿ ਕੋਈ ਵੀ ਇਸ ਪੂਰੇ ਯੂਨੀਵਰਸ ਨੂੰ, ਯੂਨੀਵਰਸ ਦੇ ਅੰਦਰ ਵਿਆਪਕ ਪ੍ਰਭੂ ਨੂੰ, ਜਾਂ ਜਿਹੜਾ ਸਾਰਾ ਦਿਸਦਾ ਰੱਬ ਦਾ ਰੂਪ ਸੰਸਾਰ ਹੈ, ਇਹਨੂੰ ਕੋਈ ਬਿਆਨ ਨਹੀਂ ਕਰ ਸਕਦਾ ਕਿ ਇਹਦੇ ਅੰਦਰ ਕੀ ਹੈ, ਕਿੰਨਾ ਹੈ, ਸਾਰਾ ਅੰਤ ਨਹੀਂ ਲੱਭ ਸਕਦਾ। ਬਹੁਤ ਕੁਝ ਕਿਹਾ ਜਾ ਸਕਦਾ ਹੈ, ਖੋਜਿਆ ਜਾ ਸਕਦਾ ਹੈ, ਕੀਤਾ ਜਾ ਸਕਦਾ ਹੈ, ਪਾਇਆ ਜਾ ਸਕਦਾ ਹੈ, ਲੇਕਿਨ ਅੰਤ ਨਹੀਂ ਪਾਇਆ ਜਾ ਸਕਦਾ। ਬਟਕ ਬੀਜ ਮਹਿ ਰਵ ਰਹਿਓ, ਜਾਕੋ ਤੀਨ ਲੋਕ ਵਿਸਥਾਰ। ਹੁਣ ਮਿਸਾਲ ਦੇ ਕੇ ਸਮਝਾ ਰਹੇ ਨੇ ਕਿ ਕਿਵੇਂ ਨਹੀਂ ਕਹਿ ਸਕਦੇ, ਮੁਕੰਮਲ ਤੌਰ ਤੇ ਕਿਵੇਂ ਨਹੀਂ ਜਾਣ ਸਕਦੇ। ਬਟਕ ਦਾ ਮਤਲਬ ਬੋੜ, ਜਾਕੋ ਦਾ ਮਤਲਬ ਜਿਸ ਦਾ। ਬਟਕ ਬੀਜ ਮਹਿ ਰਵ ਰਹਿਓ, ਜਿਵੇਂ ਬੋੜ ਇੱਕ ਬੀਜ ਦੇ ਅੰਦਰ ਰਮਿਆ ਹੁੰਦਾ ਹੈ, ਨਿੱਕੇ ਜਿਹੇ ਬੀਜ ਦੇ ਅੰਦਰ ਬੋੜ ਰਮਿਆ ਹੋਇਆ ਹੈ। ਹੁਣ ਇਹ ਗੱਲ ਨਾ ਬਾਰੀਕੀ ਨਾਲ ਸਮਝਣ ਵਾਲੀ ਹੈ। ਬੀਜ ਦੇ ਅੰਦਰ ਕਿਤੇ ਬੋੜ ਪਿਆ ਹੋਇਆ ਨਹੀਂ ਕਿ ਕਿਤੇ ਇੱਕ ਹਿੱਸੇ ਦੇ ਵਿੱਚ ਬੋੜ ਪਿਆ ਹੋਵੇ ਕਿ ਇੱਥੇ ਬੋੜ ਪਿਆ ਹੈ। ਬੀਜ ਦੇ ਕਣ-ਕਣ ਦੇ ਅੰਦਰ ਬੋੜ ਰਮਿਆ ਹੋਇਆ ਹੈ, ਬੋੜ ਹੈ। ਪਰ ਜੇ ਤੁਸੀਂ ਬੀਜ ਦੇ ਵਿੱਚੋਂ ਬੋੜ ਨੂੰ ਲੱਭਣਾ ਚਾਹੋ ਤਾਂ ਲੱਭ ਨਹੀਂ ਪਾਓਗੇ। ਜੇ ਉਹਨੂੰ ਤੋੜ ਕੇ, ਉਹਦਾ ਐਕਸ-ਰੇ ਕਰ ਕਰਕੇ ਔਰ ਉਹਦੇ ਵਿੱਚੋਂ ਰੁੱਖ ਨੂੰ ਵੇਖਣਾ ਚਾਹੋ ਤਾਂ ਵੇਖ ਨਹੀਂ ਪਾਓ, ਕਿਉਂਕਿ ਵੱਖਰਾ ਦਿਸਣਾ ਨਹੀਂ, ਕਿਉਂਕਿ ਬੀਜ ਦੇ ਕਣ-ਕਣ ਦੇ ਵਿੱਚ ਬੋੜ ਹੀ ਹੈ ਨਾ, ਬੋੜ ਹੀ ਸਮਾਇਆ ਹੋਇਆ। ਬੋੜ ਬੀਜ ਦੇ ਵਿੱਚੋਂ ਪ੍ਰਗਟ ਹੋਏਗਾ, ਮਿੱਟੀ ਦੇ ਵਿੱਚ ਪੈਦਾ ਕਰਨ ਦੇ ਨਾਲ ਪ੍ਰਗਟ ਹੋ ਜਾਏਗਾ। ਤੇ ਹੁਣ ਜਦੋਂ ਬੋੜ ਬੀਜ ਬਣ ਜਾਏ, ਬੀਜ ਜਿਹੜਾ ਹੈ ਬੋੜ ਬਣ ਜਾਏ, ਬੀਜ ਬੋੜ ਬਣ ਜਾਏ, ਤੇ ਹੁਣ ਤੁਸੀਂ ਕਹੋ ਵੀ ਬੋੜ ਦਾ ਬੀਜ ਜਿਹੜਾ ਸੀ ਉਹ ਬੋੜ ਬਣ ਗਿਆ ਹੈ, ਤੇ ਹੁਣ ਇਸ ਬੋੜ ਦੇ ਵਿੱਚੋਂ ਅਸੀਂ ਬੀਜ ਨੂੰ ਲੱਭੀਏ ਤੇ ਬੋੜ ਦੇ ਪੇੜ ਨੂੰ ਪੁੱਟ ਲਓ, ਜਿਹਨੂੰ ਹਾਲੀ ਗੋਲਾਂ ਵਗੈਰਾ ਨਹੀਂ ਲੱਗੀਆਂ, ਬੋੜ ਦੇ ਬੀਜ ਨੂੰ ਪੁੱਟ ਲਓ ਤੇ ਉਹਦੇ ਟੁਕੜੇ ਟੁਕੜੇ ਕਰੀ ਜਾਓ, ਜਰਰਾ 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 ਕੱਟ ਕੇ ਵੀ ਕਿਤੇ ਤੇ ਬੀਜ ਮਿਲੇਗਾ। ਕੀ ਹੁਣ ਬੋੜ ਦੇ ਬੀਜ ਚੋਂ ਤੁਹਾਨੂੰ ਬੀਜ ਮਿਲ ਜਾਏਗਾ? ਬੋੜ ਦੇ ਵਿੱਚੋਂ ਬੀਜ ਮਿਲ ਜਾਏਗਾ? ਬੋੜ ਖਤਮ ਹੋ ਜਾਏਗਾ, ਟੁਕੜੇ ਟੁਕੜੇ ਹੋ ਜਾਏਗਾ।
ਉਹਨੂੰ ਪੀਸ ਦਿਓ, ਜਲਾ ਕੇ ਰਾਖ ਕਰ ਦਿਓ, ਪਰ ਬੀਜ ਨਹੀਂ ਲੱਭਣਾ। ਲੱਭੇ ਕਿਵੇਂ? ਕਿਉਂਕਿ ਬੋੜ ਤੇ ਬੀਜ ਇੱਕ ਹੀ ਨੇ ਨਾ, ਵੱਖਰੇ ਵੱਖਰੇ ਹੋਣ ਤੇ ਲੱਭੇ। ਹੁਣ ਉਹ ਬੋੜ ਦਾ ਜਿਹੜਾ ਬੀਜ ਸੀ, ਬੋੜ ਬਣ ਗਿਆ, ਉੱਤੇ ਫਲੀਆਂ ਟਹਿਣੀਆਂ ਟਹਿਣੇ ਲੱਗਣਗੇ, ਫੁੱਲ ਲੱਗਣਗੇ, ਫਿਰ ਗੋਲਾਂ ਲੱਗਣਗੀਆਂ, ਉਹਨਾਂ ਗੋਲਾਂ ਦੇ ਵਿੱਚ ਫਿਰ ਬੀਜ ਹੋਏਗਾ, ਤੇ ਉਹ ਬੀਜ ਤੇ ਬੋੜ ਫਿਰ ਇੱਕ ਹੀ ਨੇ। ਇਸੇ ਤਰ੍ਹਾਂ ਇਹ ਸੰਸਾਰ ਦੇ ਅੰਦਰ ਨਿਰੰਕਾਰ ਰਮਿਆ ਹੋਇਆ ਹੈ। ਜਿਵੇਂ ਬੋੜ ਦੇ ਬੀਜ ਦੇ ਜਰਰੇ ਜਰਰੇ ਅੰਦਰ ਬੋੜ ਸਮਾਇਆ ਹੋਇਆ ਹੈ, ਔਰ ਜਿਵੇਂ ਬੋੜ ਦੇ ਅੰਦਰ ਜਰਰੇ ਜਰਰੇ ਦੇ ਅੰਦਰ ਬੀਜ ਸਮਾਇਆ ਹੋਇਆ ਹੈ, ਇਹ ਦੋਵੇਂ ਇੱਕ ਹੀ ਨੇ। ਇਸੇ ਤਰ੍ਹਾਂ ਨਿਰੰਕਾਰ ਨੂੰ ਸੰਸਾਰ ਨਾਲੋਂ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ। ਜੇ ਵੇਖਣ ਦਾ ਯਤਨ ਕਰੋਗੇ ਨਹੀਂ ਲੱਭੇਗਾ, ਇਹਦੇ ਵਿੱਚ ਹੀ ਵੇਖਣਾ ਪੈਣਾ। ਬੋੜ ਔਰ ਬੀਜ ਇੱਕੋ ਤਰ੍ਹਾਂ ਨੇ। ਜਿਵੇਂ ਬੋੜ ਦੇ ਬੀਜ ਦੇ ਜਰਰੇ ਜਰਰੇ ਅੰਦਰ ਬੋੜ ਸਮਾਇਆ ਹੋਇਆ ਨਾ, ਐਵੇਂ ਇਸ ਸੰਸਾਰ ਦੇ ਕਣ ਕਣ ਦੇ ਅੰਦਰ ਨਿਰੰਕਾਰ ਸਮਾਇਆ ਹੋਇਆ ਹੈ। ਜੇ ਉਹਨੂੰ ਵੱਖਰਾ ਕਰਕੇ ਲੱਭਣਾ ਚਾਹੋਗੇ, ਵੇਖਣਾ ਚਾਹੋਗੇ, ਨਹੀਂ ਵੇਖ ਪਾਓਗੇ, ਨਹੀਂ ਲੱਭ ਪਾਓਗੇ, ਕਿਉਂਕਿ ਉਹ ਇੱਕ ਹੀ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਇਹ ਹੈ ਹੀ ਹਰੀ ਦਾ ਰੂਪ ਹੈ, ਵੱਖਰਾ ਨਹੀਂ ਵੇਖ ਪਾਓਗੇ। ਅੱਲਾਹ ਲਹੰਤਾ ਭੇਦ ਛੈ, ਕਛ ਕਛ ਪਾਇਓ ਭੇਦ। ਅੱਲਾਹ ਲਹੰਤਾ, ਅੱਲਾਹ ਲਹੰਤਾ ਦਾ ਮਤਲਬ ਜਦੋਂ ਰੱਬ ਨੂੰ ਲੱਭ ਲਿਆ, ਭਾਵ ਇਹ ਚੀਜ਼ ਦੀ ਸਮਝ ਆਈ, ਵਿਚਾਰ ਚ ਫਿਰ ਇਹ ਪ੍ਰਭੂ ਹੀ ਸਮਾਇਆ ਹੋਇਆ ਹੈ। ਭੇਦ ਛੈ, ਛੈ ਦਾ ਮਤਲਬ ਹੁੰਦਾ ਹੈ ਖਤਮ ਹੋ ਜਾਣਾ। ਭੇਦ ਦਾ ਮਤਲਬ ਭੇਦ ਦੁਬਦਾ, ਭੇਦ ਭਰਮ ਦੁਬਦਾ, ਕਿ ਮੈਂ ਵੱਖਰਾ ਹਾਂ, ਰੱਬ ਵੱਖਰਾ ਹੈ। ਦੁਬਦਾ ਹੈ ਨਾ, ਅੰਦਰੋਂ ਹੋਰ ਤੇ ਬਾਹਰੋਂ ਹੋਰ, ਮੇਰ ਤੇਰ ਦੇ ਵਿਤਕਰੇ, ਦੁਬਦਾ। ਛੈ ਦਾ ਮਤਲਬ ਖਤਮ ਹੋਇਆ। ਕਛ ਕਛ ਪਾਇਓ ਭੇਦ, ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਨੂੰ ਮਿਲਣ ਦਾ ਯਤਨ ਕਰਦਿਆਂ ਭੇਦ ਛੈ, ਜਦੋਂ ਮੇਰੀ ਦੁਬਦਾ ਖਤਮ ਹੋ ਗਈ, ਕਛ ਕਛ ਪਾਇਓ ਭੇਦ, ਤਾਂ ਫਿਰ ਮੈਨੂੰ ਕੁਛ ਕੁ ਰਾਜ ਪ੍ਰਭੂ ਦਾ ਸਮਝ ਆਇਆ। ਫਿਰ ਮੇਰੀ ਗੱਲ ਸਮਝ ਦੇ ਵਿੱਚ ਆਈ ਜਦੋਂ ਮੇਰੀ ਦੁਬਦਾ ਖਤਮ ਹੋਈ। ਹੁਣ ਇਹ ਦੁਬਦਾ ਕਰਕੇ ਸਾਨੂੰ ਸਮਝ ਨਹੀਂ ਪੈ ਰਿਹਾ, ਔਰ ਸਾਨੂੰ ਇਸ ਢੰਗ ਦੇ ਨਾਲ, ਇਸ ਐਂਗਲ ਤੋਂ ਸਮਝਾਇਆ ਨਹੀਂ ਗਿਆ, ਸਗੋਂ ਦੁਬਦਾ ਪੈਦਾ ਕੀਤੀ ਗਈ। ਦੁਬਦਾ ਇਹ ਪੈਦਾ ਕੀਤੀ ਗਈ ਕਿ ਰੱਬ ਕਿਤੇ ਇਸ ਦੁਨੀਆ ਤੋਂ ਵੱਖਰਾ ਉੱਤੇ ਆਕਾਸ਼ ਮੰਡਲਾਂ ਵਿੱਚ ਬੈਠਾ ਹੈ, ਤੇ ਤੂੰ ਵੱਖਰਾ ਹੈ। ਰੱਬ ਵੱਖਰਾ ਹੈ, ਸੰਸਾਰ ਵੱਖਰਾ ਹੈ, ਤਿੰਨ ਚੀਜ਼ਾਂ ਨੇ, ਇੱਕ ਰਚਨਹਾਰ ਤੇ ਇੱਕ ਰਚਨਾ ਤੇ ਇੱਕ ਤੂੰ। ਗੁਰੂ ਜੀ ਕਹਿੰਦੇ ਨੇ ਇਹ ਦੁਬਦਾ ਮੇਰੀ ਖਤਮ ਹੋ ਗਈ ਜਦੋਂ ਮੈਂ ਰੱਬ ਨੂੰ ਲੱਭਣ ਦਾ ਯਤਨ ਕੀਤਾ। ਮੇਰੀ ਦੁਬਦਾ ਖਤਮ ਹੋਈ, ਫਿਰ ਮੈਨੂੰ ਥੋੜੀ ਜਿਹੀ ਸਮਝ ਪਈ ਵੀ ਇੱਕ ਹੀ ਹੈ। ਹੁਣ ਜਦੋਂ ਅਸੀਂ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤਾਂ ਉੱਥੇ ਸਾਨੂੰ ਦੁਬਦਾ ਨਜ਼ਰ ਹੀ ਨਹੀਂ ਪੈਂਦੀ। ਦੇਖੋ ਗੁਰੂ ਜੀ ਦੀ ਬਾਣੀ ਸ਼ੁਰੂਆਤ ਹੀ ਇੱਕ ਓੰਕਾਰ ਤੋਂ ਹੋ ਰਹੀ ਹੈ ਕਿ ਇੱਕ ਹੀ ਸਮਾਇਆ ਹੋਇਆ ਹੈ। ਦੁਬਦਾ ਨੂੰ ਖਤਮ ਕੀਤਾ ਗਿਆ ਹੈ ਕਿ ਇੱਕ ਹੀ ਫੈਲਿਆ ਹੋਇਆ ਹੈ। ਉਹ ਜਿਹੜਾ ਇੱਕ ਫੈਲਿਆ ਹੋਇਆ ਹੈ ਉਹੀ ਸੱਚ ਹੈ, ਉਹੀ ਨਿਰਭਉ ਹੈ, ਉਹੀ ਨਿਰਵੈਰ ਹੈ, ਉਹੀ ਅਜੂਨੀ ਹੈ, ਉਹੀ ਕਰਤਾ ਹੈ, ਉਹੀ ਪੁਰਖ ਹੈ। ਉਸੇ ਨੂੰ ਗੁਰੂ ਦੀ ਕਿਰਪਾ ਦੇ ਨਾਲ ਇੱਕ ਨੂੰ ਜਾਣਨਾ, ਇੱਕ ਹੀ ਹੈ, ਅਲੱਗ-ਅਲੱਗ ਨਹੀਂ। ਇੱਕ ਸਮਾਇਆ ਹੋਇਆ ਹੈ, ਇੱਕ ਫੈਲਿਆ ਹੋਇਆ ਹੈ। ਸਮੁੰਦਰ ਦੇ ਅੰਦਰ ਪਾਣੀ ਹੈ, ਸਿਰਫ ਪਾਣੀ, ਲਹਿਰਾਂ ਵੀ ਪਾਣੀ ਨੇ, ਬੁਲਬੁਲੇ ਵੀ ਪਾਣੀ ਨੇ, ਔਰ ਝੱਗ ਵੀ ਪਾਣੀ ਹੈ, ਸਿਰਫ ਪਾਣੀ ਹੈ। ਸਾਨੂੰ ਵੱਖਰਾ ਵੱਖਰਾ ਭਾਸ ਰਿਹਾ ਹੈ। ਸੋਨਾ ਸਿਰਫ ਸੋਨਾ ਹੈ, ਅਸੀਂ ਉਹਨੂੰ ਵੱਖਰੇ ਰੂਪ ਵਿੱਚ ਵੇਖ ਰਹੇ ਹਾਂ। ਛਾਪ ਹੈ, ਛੱਲਾ ਹੈ, ਕੜਾ ਹੈ, ਜਾਂ ਕੁਛ ਹੈ, ਉਹ ਸਾਰਾ ਸੋਨਾ ਹੀ ਹੈ। ਇਸੇ ਤਰ੍ਹਾਂ ਆ ਜੋ ਕੁਝ ਸਾਰਾ ਦਿਸ ਰਿਹਾ ਹੈ, ਇਹ ਹੈ ਸਾਰਾ ਰੱਬ ਹੀ ਹੈ। ਸਿਰਫ ਅਸੀਂ ਆਪਣੀ ਦੁਬਦਾ ਕਰਕੇ ਵੱਖਰਾ ਵੱਖਰਾ ਵੇਖ ਰਹੇ ਹਾਂ, ਨਹੀਂ ਤੇ ਵਖੇਵਾ ਕਿਤੇ ਹੈ ਨਹੀਂ ਹੈ। ਮੈਨੂੰ ਇਸ ਗੱਲ ਦਾ ਭੇਦ ਆਇਆ ਕਦੋਂ? ਜਦੋਂ ਮੇਰੀ ਦੁਬਦਾ ਖਤਮ ਹੋਈ। ਅੱਲਾਹ ਲਹੰਤਾ ਭੇਦ ਛੈ, ਪ੍ਰਭੂ ਨੂੰ ਮਿਲਣ ਦਾ ਯਤਨ ਕਰਦਿਆਂ ਕਰਦਿਆਂ ਜਦੋਂ ਦੁਬਦਾ ਦਾ ਵਿਨਾਸ਼ ਹੋਇਆ, ਤਾਂ ਫਿਰ ਮੈਨੂੰ ਕੁਛ ਭੇਦ ਮਿਲਿਆ। ਉਲਟ ਭੇਦ ਮਨ ਬੇਧਿਓ, ਆਇਓ ਅਪੰਗ ਅਛੇਦ। ਭੇਦ ਦਾ ਮਤਲਬ ਭੇਦ, ਸੂਝ। ਉਲਟ ਭੇਦ ਦਾ ਮਤਲਬ ਦੁਬਦਾ ਨੂੰ ਉਲਟਦਿਆਂ, ਦੁਬਦਾ ਦਾ ਨਾਸ ਕਰਦਿਆਂ। ਇੱਥੇ ਭੇਦ ਦਾ ਮਤਲਬ ਦੁਬਦਾ, ਉਲਟ ਭੇਦ ਦਾ ਮਤਲਬ ਦੁਬਦਾ ਨੂੰ ਉਲਟਦਿਆਂ, ਉਲਟਣ ਦਾ ਮਤਲਬ ਖਤਮ ਕਰਦਿਆਂ। ਉਲਟ ਭੇਦ ਮਨ ਬੇਧਿਓ, ਮਨ ਵਿੰਨਿਆ ਗਿਆ। ਅਛੇਦ ਦਾ ਮਤਲਬ ਜੋ ਵਿੰਨਿਆ ਨਾ ਜਾ ਸਕੇ, ਅਭੰਗ, ਜਿਹਦਾ ਨਾਸ ਨਾ ਹੋਵੇ। ਤਾਂ ਦੁਬਦਾ ਨੂੰ ਉਲਟਿਆਂ, ਦੁਬਦਾ ਨੂੰ ਖਤਮ ਕੀਤਿਆਂ
मेरा मन प्रभु दे प्रेम विच विज गया ते मैं उस अविनाशी और अविज प्रभु ਨੂੰ प्राप्त कर लिया। मैं ਉਹਦੇ ਵਿੱਚ ਮਿਲ ਕੇ ਉਸੇ ਦਾ ਰੂਪ ਹੋ ਗਿਆ। ਕਦੋਂ? ਜਦੋਂ ਮੇਰੀ ਦੁਬਦਾ ਮਿਟੀ, ਜਦੋਂ ਮੇਰੇ ਅੰਦਰੋਂ ਇਹ ਭਰਮ ਖਤਮ ਹੋ ਗਿਆ ਕਿ ਮੈਂ ਵੱਖਰਾ ਹਾਂ ਤੇ ਉਹ ਵੱਖਰਾ ਹੈ। ਭਗਤ ਕਬੀਰ ਜੀ ਦਾ ਬੜਾ ਪਿਆਰਾ ਸ਼ਬਦ ਹੈ। ਉਹ ਕਹਿੰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਕਿ ਮੈਂ ਤੂੰ ਤੂੰ ਕਰਦਾ ਤੇਰਾ ਹੀ ਰੂਪ ਹੋ ਗਿਆ ਹਾਂ, ਮੈਂ ਰੱਬ ਦਾ ਰੂਪ ਹੀ ਹੋ ਗਿਆ। ਪਰ ਹੋਇਆ ਕਦੋਂ? ਮੁਝ ਮੈਂ ਰਹਾ ਨਾ ਹੂੰ, ਜਦੋਂ ਮੇਰੇ ਵਿੱਚ ਈਗੋ ਨਾ ਰਹੀ। ਜਬ ਆਪਾ ਪਰਕਾ ਮਿਟ ਗਿਆ, ਆਪਾ ਦਾ ਮਤਲਬ ਆਪਣਾ, ਪਰਕਾ ਦਾ ਮਤਲਬ ਪਰਾਇਆ। ਜਦੋਂ ਆਪਣੇ ਪਰਾਏ ਦੇ ਭੇਦ ਭਾਵ ਮਿਟ ਗਏ, ਜਤ ਦੇਖੋ ਤਤ ਤੂੰ, ਜਿੱਧਰ ਮੈਂ ਵੇਖਣਾ ਹੁਣ ਤੂੰ ਹੀ ਤੂੰ ਨਜ਼ਰੀ ਆਉਣਾ। ਹੁਣ ਮੈਨੂੰ ਕੋਈ ਹੋਰ ਨਜ਼ਰ ਹੀ ਨਹੀਂ ਆਉਂਦਾ ਜਦੋਂ ਆਪਣੇ ਪਰਾਏ ਦੇ ਭੇਦ ਭਾਵ ਮਿਟ ਗਏ। ਹੁਣ ਸਾਡੇ ਅੰਦਰ ਜੋ ਆਮ ਮਨੁੱਖ ਹੈ ਉਸ ਦੇ ਅੰਦਰ ਆਪਣੇ ਪਰਾਏ ਦੇ ਭੇਦ ਭਾਵ ਨੇ, ਔਰ ਦੂਜੇ ਨੰਬਰ ਤੇ ਇੱਕ ਬਹੁਤ ਵੱਡਾ ਭਰਮ ਹੈ ਕਿ ਮੈਂ ਰੱਬ ਨਾਲੋਂ ਵੱਖਰਾ ਹਾਂ। ਬਸ ਇਹ ਭਰਮ ਹੈ। ਜਿਵੇਂ ਇੱਕ ਲਹਿਰ ਨੂੰ ਭਰਮ ਹੋ ਜਾਏ ਕਿ ਮੈਂ ਸਮੁੰਦਰ ਨਾਲੋਂ ਵੱਖਰੀ ਹਾਂ, ਬੁਲਬੁਲੇ ਨੂੰ ਭਰਮ ਹੋ ਜਾਏ ਕਿ ਮੈਂ ਸਮੁੰਦਰ ਨਾਲੋਂ ਵੱਖਰਾ ਹਾਂ, ਸੋਨੇ ਦੇ ਕੜੇ ਨੂੰ ਭਰਮ ਹੋ ਜਾਏ ਕਿ ਮੈਂ ਸੋਨੇ ਤੋਂ ਵੱਖਰਾ ਹਾਂ, ਮੇਰੀ ਸੋਨੇ ਤੋਂ ਵੱਖਰੀ ਹੋਂਦ ਹੈ। ਛਾਪ ਨੂੰ ਵੱਖਰਾ ਭਰਮ ਹੋ ਜਾਏ ਕਿ ਮੇਰੀ ਸੋਨੇ ਤੋਂ ਵੱਖਰੀ ਹੋਂਦ ਹੈ। ਸੋਨੇ ਤੋਂ ਵੱਖਰੀ ਹੋਂਦ ਹੋ ਹੀ ਨਹੀਂ ਸਕਦੀ। ਜੇ ਸੋਨਾ ਨਹੀਂ ਤੇ ਛਾਪ ਕਿੱਥੇ? ਜੇ ਸਮੁੰਦਰ ਨਹੀਂ ਤੇ ਲਹਿਰ ਕਿੱਥੇ? ਜੇ ਸਮੁੰਦਰ ਨਹੀਂ ਤੇ ਬੁਲਬੁਲਾ ਕਿੱਥੋਂ? ਜੇ ਰੱਬ ਨਹੀਂ ਤੇ ਮੈਂ ਕਿੱਥੋਂ? ਜੇ ਰੱਬ ਨਹੀਂ ਤੇ ਆ ਧਰਤੀ ਕਿੱਥੋਂ, ਆਕਾਸ਼ ਕਿੱਥੋਂ? ਉਲਟ ਭੇਦ ਮਨ ਬੇਧਿਓ ਪਾਇਓ ਅਪੰਗ ਅਛੇਦ। ਦੁਬਦਾ ਨੂੰ ਉਲਟਦਿਆਂ, ਦੁਬਦਾ ਨੂੰ ਖਤਮ ਕਰਦਿਆਂ ਮੇਰਾ ਮਨ ਇਸ ਵਿਚਾਰ ਦੇ ਅੰਦਰ ਵਿਝ ਗਿਆ ਪ੍ਰਭੂ ਪ੍ਰੀਤ ਦੇ ਅੰਦਰ, ਔਰ ਮੈਂ ਉਸ ਅਪੰਗ ਔਰ ਅਛੇਦ ਪ੍ਰਭੂ ਨੂੰ ਪਾ ਲਿਆ, ਭਾਵ ਮੈਂ ਉਸੇ ਦਾ ਰੂਪ ਹੋ ਗਿਆ। ਤੁਰਕ ਤਰੀਕਤ ਜਾਣੀਐ ਹਿੰਦੂ वेद पुराण। मुसलमान जो फकीर ने ना, वो रब नूं मिलन दे 4 दर्जे मनदे ने, 4 अवस्थावां मनदे ने, शरीयत, तरीकत, मार्फत, हकीकत। ये जो तरीकत है ना, ये शरा दे असूलों वाली पुस्तक है। जिवें मिसाल वजों साडी रहत मर्यादा है ते असीं रहत मर्यादा दा हवाला दिंदे आ। मुसलमानां दी जो तरीकत है शरा दे असूलों वाली पुस्तक है। तुरक तरीकत जानी है, जो शरा दे असूलों वाली पुस्तक पढ़िया तुरक जानीदा है कि यह मुसलमान है। वो तरीकत नूं पढ़दे ने, उन्होंने चंगा मुसलमान समझा जाता है। हिंदू वेद पुराण ते जेड़ा हिंदू वेदां पुराणां नूं पढ़दा होवे उन्होंने चंगा हिंदू समझा जाता है। ਤਾਂ ਤਰੀਕਤ ਦੇ ਵਿੱਚ ਹਿਰਦੇ ਦੀ ਪਵਿੱਤਰਤਾ ਦੇ ਢੰਗ ਦੱਸੇ ਗਏ ਨੇ। ਤਾਂ ਹੀ ਚੰਗਾ ਮੁਸਲਮਾਨ ਉਹਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿੱਚ ਲੱਗਾ ਹੋਵੇ, ਤਰੀਕਤ ਬਾਰੇ ਜਾਣਦਾ ਹੋਵੇ, ਪੜ੍ਹਦਾ ਹੋਵੇ। ਉਹਨੂੰ ਮੁਸਲਮਾਨ ਚੰਗਾ ਕਹਿੰਦੇ ਨੇ ਵੀ ਇਹ ਚੰਗਾ ਮੁਸਲਮਾਨ ਹੈ, ਇਹ ਮੁਸਲਮਾਨ ਵੀਰ ਮੰਨਦੇ ਨੇ। ਜਿਹੜਾ ਚੰਗਾ ਹਿੰਦੂ ਹੈ ਉਹਨੂੰ ਮੰਨਦੇ ਨੇ ਜੋ ਵੇਦਾਂ ਪੁਰਾਣਾਂ ਨੂੰ ਪੜ੍ਹਦਾ ਹੋਵੇ, ਵੇਦਾਂ ਪੁਰਾਣਾਂ ਬਾਰੇ ਜਾਣਕਾਰੀ ਰੱਖਦਾ ਹੋਵੇ, ਉਹਨੂੰ ਚੰਗਾ ਹਿੰਦੂ ਸਮਝਿਆ ਜਾਂਦਾ। हिंदू वीर उन्होंने चंगा हिंदू समझते हैं कि वेदां पुराणां दी चंगी जानकारी रखता है। मुसलमान वीर उस मुसलमान नूं चंगा समझते हैं जो तरीकत दी चंगी जानकारी रखता है, उहदे विच लगा हुआ है। इसी तरह भगत कबीर जी कहते हैं, मन समझावन कारने कछुअक पढ़िए ज्ञान। कछुअक दा मतलब कछूक, थोड़ा जिहा, कुछ। कारने दा मतलब वास्ते, थोड़ा बहुत, कुछ ना कुछ। समझावन कारने दा मतलब समझाण वास्ते, मन नूं समझाण लई, मन दे अंदरों भेद नूं दूर करन लई, जिहड़ा भेद छह हो जाए, मन विचों दुबदा मिटाण लई, मन नूं उच्चे सुच्चे जीवन दी सूझ देण लई, इहनूं कहंदे ने मन समझावन कारने। तां दुबदा नूं मिटा के प्रभु चरनां विच जुड़े रहण लई, मन नूं उच्चे जीवन दी सूझ देण वास्ते उच्ची विचार वाला ज्ञान सानू जरूर पढ़ना चाहिए। थोड़ी बहुती बाणी पढ़नी चाहिए, सानू ज्ञान हासिल करना चाहिए, गुरु तो ज्ञान की दात लैनी चाहिए। जिवें चंगा मुसलमान उन्होंने समझते हैं जो तरीकत नूं पढ़दा है, चंगा हिंदू उन्होंने समझते हैं जो वेदां पुराणां नूं पढ़दा है। ते रब दा चंगा प्यारा वो हो सकता है जो रब्बी ज्ञान हासिल करता है।
ਗੁਰੂ ਦੀ ਗਿਆਨ ਅਨੁਸਾਰ ਜ਼ਿੰਦਗੀ ਜਿੰਦਾ ਹੈ, ਜੋ ਯੂਨੀਵਰਸਲ ਟਰੁੱਥ ਬਾਰੇ ਜਾਣਨ ਦਾ ਯਤਨ ਕਰਦਾ ਹੈ। ਇਸ ਲਈ ਸਾਨੂੰ ਕੁਝ ਗਿਆਨ ਦੀ ਜ਼ਰੂਰਤ ਹੈ ਤੇ ਉਹ ਗਿਆਨ ਸਾਨੂੰ ਗੁਰੂ ਕੋਲੋਂ ਮਿਲੇਗਾ। ਇਸ ਲਈ ਅਸੀਂ ਗੁਰੂ ਦੀ ਚਰਨਾਂ ਦੀ ਸ਼ਰਨ ਵਿੱਚ ਕਿਉਂ ਆਉਣਾ ਹੈ? ਵਿਵੇਕ ਬੁੱਧ ਲੈਣ ਲਈ, ਕਾਮਨ ਸੈਂਸ ਲੈਣ ਵਾਸਤੇ। ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਵਿਵੇਕ ਗਿਆਨ, ਜੇ ਗਿਆਨ ਗੁਰੂ ਦੀ ਅਗਵਾਈ ਵਿੱਚ ਨਹੀਂ ਨਾ ਜੋ ਬੰਦਾ ਚੱਲੇਗਾ ਤਾਂ ਉਹ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਪਾਏਗਾ, ਉੱਚਾ ਜੀਵਨ ਨਹੀਂ ਜੀ ਪਾਏਗਾ, ਚੰਗਾ ਜੀਵਨ ਨਹੀਂ ਜੀ ਪਾਏਗਾ। ਅਗਿਆਨਤਾ ਹੈ ਨਾ, ਬੇਸਮਝੀ ਹੈ ਨਾ। ਬੰਦਾ ਬੰਦੇ ਦਾ ਵੈਰੀ ਹੈ, ਬੰਦਾ ਬੰਦੇ ਤੋਂ ਰਿਸ਼ਵਤ ਲੈ ਰਿਹਾ ਹੈ, ਬੰਦਾ ਬੰਦੇ ਨਾਲ ਈਰਖਾ ਕਰ ਰਿਹਾ ਹੈ, ਬੰਦਾ ਬੰਦੇ ਨੂੰ ਕਤਲ ਕਰ ਰਿਹਾ ਹੈ, ਬੰਦਾ ਬੰਦੇ ਨੂੰ ਮਾਰਨ ਦੇ ਸ਼ਾਮਿਆਨੇ ਇਕੱਠੇ ਕਰ ਰਿਹਾ ਹੈ, ਹਾਈਡਰੋਜਨ ਤੇ ਪਰਮਾਣੂ ਬੰਬ ਬਣਾ ਰਿਹਾ। ਕੋਈ ਸਿਆਣਪਾਂ ਥੋੜੀ, ਇਹ ਕੋਈ ਸਿਆਣਪ? ਤਾਂ ਬੰਦੇ ਨੂੰ ਗਿਆਨ ਹੋਣਾ ਚਾਹੀਦਾ ਨਾ ਕਿ ਮੈਂ ਕਰ ਕੀ ਰਿਹਾ ਹਾਂ। ਜੇ ਗਿਆਨ ਨਹੀਂ ਹੋਏਗਾ, ਚੰਗੀ ਜ਼ਿੰਦਗੀ ਬੰਦਾ ਨਹੀਂ ਜੀ ਪਾਏਗਾ। ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨ, ਅਕਲੀ ਪੜ ਕੇ ਬੁੱਝੀਐ, ਅਕਲੀ ਪਾਈਐ ਮਾਨ। ਅਕਲ ਦੀ ਵਰਤੋਂ ਕਰਨੀ ਚਾਹੀਦੀ ਨਾ। ਇੱਥੇ ਗਿਆਨ ਦਾ ਮਤਲਬ, ਗਿਆਨ ਔਰ ਅਗਿਆਨ ਦਾ ਮਤਲਬ ਕੀ ਹੈ? ਗਿਆਨ ਦਾ ਮਤਲਬ ਹੈ ਗਿਆਨ ਦੀ ਸਹੀ ਵਰਤੋਂ ਕਰਨੀ। ਅਗਿਆਨ ਦਾ ਮਤਲਬ ਹੁੰਦਾ ਹੈ ਗਿਆਨ ਦੀ ਗਲਤ ਵਰਤੋਂ ਕਰਨੀ। ਜਿਹੜੇ ਬੰਬ ਧਮਾਕੇ ਕਰਦੇ ਨੇ ਨਾ, ਗਿਆਨ ਉਹਨਾਂ ਕੋਲ ਵੀ ਹੁੰਦਾ ਹੈ। ਅਗਿਆਨੀ ਬੰਦਾ, ਹੁਣ ਜੇ ਮੈਂ ਬੰਬ ਧਮਾਕਾ ਕਰਨਾ ਚਾਹਾਂ ਕਰ ਨਹੀਂ ਪਾਵਾਂਗਾ, ਮੈਨੂੰ ਬੰਬ ਬਣਾਉਣ ਦਾ ਪਤਾ ਹੀ ਨਹੀਂ, ਕੈਮੀਕਲ ਦਾ ਹੀ ਨਹੀਂ ਪਤਾ। ਉਹਨਾਂ ਕੋਲ ਗਿਆਨ ਤੇ ਹੈ ਲੇਕਿਨ ਗਿਆਨ ਦੀ ਗਲਤ ਵਰਤੋਂ ਕਰ ਰਹੇ ਹਨ। ਤਾਂ ਅਗਿਆਨ ਦਾ ਮੀਨਿੰਗ ਹੀ ਇਹ ਹੁੰਦਾ ਹੈ ਗਿਆਨ ਦੀ ਗਲਤ ਵਰਤੋਂ ਕਰਨੀ। ਇਸ ਲਈ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਮਨ ਨੂੰ ਸਮਝਾਉਣ ਵਾਸਤੇ, ਚੰਗੀ ਜ਼ਿੰਦਗੀ ਜੀਣ ਲਈ, ਉੱਚਾ ਜੀਵਨ ਜੀਣ ਲਈ, ਇਨਸਾਨੀਅਤ ਪੈਦਾ ਕਰਨ ਲਈ, ਪ੍ਰਭੂ ਦੀ ਰਜਾ ਪਾਣੇ ਨੂੰ ਸਮਝਣ ਲਈ, ਪ੍ਰਭੂ ਦੇ ਰਜਾ ਪਾਣੇ ਵਿੱਚ ਤੁਰਨ ਵਾਸਤੇ, ਇਨਸਾਨੀਅਤ ਪੈਦਾ ਕਰਨ ਵਾਸਤੇ, ਪ੍ਰਭੂ ਪਿਆਰ ਵਾਸਤੇ ਕੁਝ ਗਿਆਨ ਹਾਸਲ ਕਰਨਾ ਚਾਹੀਦਾ ਹੈ। ਗਿਆਨ ਦੀ ਵਰਤੋਂ ਕਰਨੀ ਚਾਹੀਦੀ ਹੈ। ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਣਾ ਚਾਹੀਦਾ ਹੈ। ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹ ਕੇ, ਵਿਚਾਰ ਕੇ ਉਹਦੇ ਤੇ ਅਮਲ ਕਰਨਾ ਸਾਡਾ ਫਰਜ਼ ਬਣਦਾ ਹੈ। ਓੰਕਾਰ ਆਦ ਮੈਂ ਜਾਣਾ। ਓੰਕਾਰ, ਜੋ ਅਸੀਂ ਇੱਕ ਓੰਕਾਰ ਪੜ੍ਹਦੇ ਆ ਨਾ, ਤਾਂ ਉਸ ਦਾ ਉਚਾਰਨ ਇਸ ਤਰ੍ਹਾਂ ਹੋਏਗਾ। ਦੇਖੋ ਕਿੰਨਾ ਸਾਫ਼ ਲਿਖਿਆ ਹੈ ਨਾ, ਓ ਅੰਕਾਰ। ਅਸੀਂ ਕਈ ਵਾਰ ਓਮ ਪੜ ਜਾਂਦੇ ਆ, ਓਮਕਾਰ। ਓਮ ਨਹੀਂ, ਓੰਕਾਰ। ਓੰਕਾਰ ਦਾ ਮਤਲਬ ਇੱਕ ਰਸ, ਸਭ ਥਾਵਾਂ ਤੇ ਵਿਆਪਕ, ਪਰਿਪੂਰਨ, ਜਰਰੇ ਜਰਰੇ ਦੇ ਅੰਦਰ ਸਮਾਇਆ ਹੋਇਆ, ਅਦਿਸਤਾ ਜਿਹੜਾ ਬ੍ਰਹਿਮੰਡ ਸਾਰਾ ਜਿਸਦਾ ਰੂਪ ਹੈ, ਜੋ ਸਮਾਇਆ ਹੋਇਆ ਹੈ। ਆਦ ਦਾ ਮਤਲਬ ਮੁੱਢ, ਮੂਲ। ਮੈਂ ਜਾਣਨਾ ਦਾ ਮਤਲਬ ਮੈਂ ਜਾਣਦਾ ਹਾਂ, ਮੈਂ ਉਸ ਨੂੰ ਅਬਿਨਾਸ਼ੀ ਅਮਿਤ ਮੰਨਦਾ ਹਾਂ। ਓੰਕਾਰ ਜੋ ਸਭ ਦਾ ਆਦ ਹੈ, ਮੈਂ ਉਹਨੂੰ ਜਾਣਦਾ ਹਾਂ। ਓੰਕਾਰ ਆਦ ਮੈਂ ਜਾਣਨਾ, ਜੋ ਇੱਕ ਰਸ, ਸਭ ਥਾਂ ਵਿਆਪਕ, ਪ੍ਰਭੂ ਸਭ ਨੂੰ ਬਣਾਉਣ ਵਾਲਾ ਹੈ। ਮੈਂ ਉਹਨੂੰ ਅਬਿਨਾਸ਼ੀ ਸਮਝਦਾ ਹਾਂ, ਮੈਂ ਉਹਨੂੰ ਰੱਬ ਜਾਣਦਾ ਹਾਂ, ਉਹਨੂੰ ਜਾਣਦਾ ਹਾਂ ਜੋ ਅਬਿਨਾਸ਼ੀ ਹੈ, ਜੋ ਸਭ ਦਾ ਮੁੱਢ ਮੂਲ ਹੈ। ਲਿਖ ਅਰ ਮੇਟੈ ਤਾਹੇ ਨਾ ਮਾਨਾ। ਲਿਖ ਦਾ ਮਤਲਬ ਲਿਖੇ, ਲਿਖਦਾ ਹੈ, ਰਚਦਾ ਹੈ, ਪੈਦਾ ਕਰਦਾ ਹੈ। ਅਰ ਦਾ ਮਤਲਬ ਅਤੇ, ਮੇਟੇ ਦਾ ਮਤਲਬ ਮਿਟਾ ਦਿੰਦਾ ਹੈ, ਨਾਸ ਕਰ ਦਿੰਦਾ ਹੈ। ਤਾਹੇ ਦਾ ਮਤਲਬ ਉਸ ਵਿਅਕਤੀ ਨੂੰ। ਹੋਰ ਜਿਸ ਵਿਅਕਤੀ ਨੂੰ ਪ੍ਰਭੂ ਪੈਦਾ ਕਰਦਾ ਹੈ ਤੇ ਫਿਰ ਮਿਟਾ ਦਿੰਦਾ ਹੈ, ਉਹਨੂੰ ਮੈਂ ਰੱਬ ਨਹੀਂ ਸਮਝਦਾ। ਉਹ ਰੱਬ ਨਹੀਂ ਹੈ। ਜਿਹੜਾ ਬੰਦਾ ਪੈਦਾ ਹੋਇਆ ਔਰ ਖਤਮ ਹੋ ਗਿਆ, ਉਹ ਰੱਬ ਨਹੀਂ ਹੈ। ਲਿਖ ਕੇ, ਜਿਸ ਨੂੰ ਉਹ ਲਿਖ ਕੇ ਰਚ ਕੇ ਨਾਸ ਕਰ ਦਿੰਦਾ ਹੈ, ਭਾਵ ਜੋ ਜੰਮਦਾ ਹੈ ਔਰ ਮਰ ਜਾਂਦਾ ਹੈ, ਮੈਂ ਉਹਦੀ ਮੁਤਾਜੀ ਨਹੀਂ ਕੱਢਦਾ। ਉਹ ਰੱਬ ਦਾ ਅਵਤਾਰ ਨਹੀਂ ਹੋ ਸਕਦਾ, ਉਹ ਰੱਬ ਦਾ ਮੁਕਾਬਲਾ ਨਹੀਂ ਕਰ ਸਕਦਾ। ਲਿਖ ਅਰ ਮੇਟੈ ਤਾਹੇ ਨਾ ਮਾਨਾ, ਜਿਹਨੂੰ ਪੈਦਾ ਕਰਦਾ ਹੈ ਔਰ ਖਤਮ ਕਰ ਦਿੰਦਾ ਹੈ, ਉਹਨੂੰ ਮੈਂ ਰੱਬ ਨਹੀਂ ਮੰਨਦਾ। ਰੱਬ ਸदैवी ਹੈ, ਸਦਾ ਹੈ। ਔਰ ਜਿਸ ਨੂੰ ਅੱਖਰਾਂ ਦੇ ਨਾਲ ਲਿਖ ਦਿੱਤਾ, ਮਿਟਾ ਦਿੱਤਾ, ਮਤਲਬ ਬਣਿਆ, ਜੋ ਜੰਮਿਆ ਔਰ ਜੋ ਮਰਿਆ, ਉਹ ਰੱਬ ਨਹੀਂ ਹੈ। ਓੰਕਾਰ ਲਖੈ ਜੋ ਕੋਈ। ਜੋ ਕੋਈ ਦਾ ਮਤਲਬ ਜੇ ਕੋਈ, ਲਖੈ ਦਾ ਮਤਲਬ ਵੇਖ ਲਵੇ, ਸਮਝ ਲਵੇ। ਜੇ ਕੋਈ ਮਨੁੱਖ ਸਰਵ ਵਿਆਪਕ ਪ੍ਰਭੂ ਨੂੰ ਸਮਝ ਲੈ, ਆਪਣੇ ਅੰਦਰ ਅਨੁਭਵ ਕਰ ਲਵੇ, ਜਿਸ ਨੂੰ ਇਹ ਚੀਜ਼ਾਂ ਜੋ ਭਗਤ ਕਬੀਰ ਜੀ ਸਮਝਾ ਰਹੇ ਨੇ ਸਮਝ ਵਿੱਚ ਬਹਿ ਜਾਣ, ਜੋ ਉਹਨੂੰ ਵੇਖ ਲਵੇ ਆਪਣੇ ਅੰਦਰ ਬਾਹਰ, ਸਮਝ ਲੈ, ਜਿਸ ਦੀ ਗੱਲ ਇਹ ਸਮਝ ਵਿੱਚ ਬਹਿ ਜਾਏ
ਉਹ ਸਰਵ ਵਿਆਪਕ ਹੈ, ਦਿਸਦਾ ਜਗਤ ਉਸੇ ਦਾ ਰੂਪ ਹੈ, ਜੇ ਕੋਈ ਉਹਨੂੰ ਵੇਖ ਲਵੇ। ਓੰਕਾਰ ਲਖੈ ਜੋ ਕੋਈ ਸੋਈ ਲਖ, ਮੇਟਣਾ ਨਾ ਹੋਈ। ਮੇਟਣਾ ਦਾ ਮਤਲਬ ਨਾਸ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਪੁਰਸ਼ ਹਰੀ ਨੂੰ ਲਖ ਕੇ ਮੁੜ ਮਿਟ ਨਾਸ ਨਹੀਂ ਹੋ ਸਕਦਾ। ਸੋਈ ਲਖ ਦਾ ਮਤਲਬ ਸਮਝ ਕੇ, ਮੇਟਣਾ ਦਾ ਮਤਲਬ ਨਾਸ। ਤਾਂ ਉਸ ਨੂੰ ਸਮਝਿਆ, ਉਸ ਮਨੁੱਖ ਦੀ ਉਸ ਉੱਚੀ ਆਤਮਿਕ ਸੁਰਤ ਦਾ ਫਿਰ ਨਾਸ ਨਹੀਂ ਹੁੰਦਾ। ਜਿਹੜਾ ਕੋਈ ਰੱਬ ਨੂੰ ਵੇਖ ਲੈਂਦਾ ਨਾ, ਸਮਝ ਲੈਂਦਾ ਹੈ, ਔਰ ਐਡੀ ਉੱਚੀ ਆਪਣੀ ਸੋਚ ਬਣਾ ਲੈਂਦਾ ਹੈ, ਮੇਟਣਾ ਨਾ ਹੋਈ ਦਾ ਮਤਲਬ ਫਿਰ ਉਸ ਬੰਦੇ ਦੀ ਆਤਮਿਕ ਮੌਤ ਨਹੀਂ ਹੁੰਦੀ। ਫਿਰ ਉਹ ਬੰਦਾ ਆਤਮਿਕ ਮੌਤੇ ਨਹੀਂ ਮਰਦਾ। ਫਿਰ ਉਸ ਬੰਦੇ ਦੇ ਜੀਵਨ ਦੇ ਅੰਦਰ, ਮਾਨਸਿਕਤਾ ਦੇ ਅੰਦਰ ਗਿਰਾਵਟ ਨਹੀਂ ਹੁੰਦੀ। ਫਿਰ ਉਹ ਮਾੜੇ ਕਰਮ ਜਿਹੜੇ ਨੇ ਨਹੀਂ ਕਰਦਾ, ਕਿਉਂਕਿ ਉਹਦਾ ਫਿਰ ਨਾਸ਼ ਨਹੀਂ ਹੋਣਾ। ਫਿਰ ਉਹਦੀ ਆਤਮਿਕ ਅਵਸਥਾ, ਉਹਦੀ ਸੋਚ ਇੰਨੀ ਉੱਚੀ ਔਰ ਮਹਾਨ ਹੋ ਜਾਂਦੀ ਹੈ ਕਿ ਉਹਦਾ ਫਿਰ ਕਦੇ ਉਸ ਅਵਸਥਾ ਦਾ ਨਾਸ਼ ਨਹੀਂ ਹੁੰਦਾ। ਉਹ ਸੋਚ ਦਾ ਫਿਰ ਕਦੇ ਨਾਸ਼ ਨਹੀਂ ਹੁੰਦਾ। ਉਹ ਬੰਦਾ ਫਿਰ ਕਦੇ ਆਤਮਿਕ ਮੌਤੇ ਨਹੀਂ ਮਰਦਾ। ਉਹਨੂੰ ਬੇਸ਼ੱਕ ਆਰਿਆਂ ਦੇ ਨਾਲ ਚੀਰ ਦਿਓ, ਸਰੀਰ ਨੂੰ ਆਰਿਆਂ ਦੇ ਨਾਲ ਚੀਰ ਦਿਓਗੇ, ਪਰ ਉਹਦੇ ਅੰਦਰੋਂ ਸੱਚੀ ਸੋਚ ਨੂੰ ਤੁਸੀਂ ਕਦੀ ਵੱਖ ਨਹੀਂ ਕਰ ਪਾਓਗੇ। ਉਹਨੂੰ ਚਰਖੜੀਆਂ ਤੇ ਚੜਾ ਕੇ ਤੂੰਬੇ ਉਡਾ ਦਿਓਗੇ, ਪਰ ਉਹਦੇ ਅੰਦਰੋਂ ਸੱਚ ਨੂੰ ਨਹੀਂ ਕੱਢ ਪਾਓਗੇ। ਉਹਨੂੰ ਨੀਹਾਂ ਵਿੱਚ ਚਿਣ ਸਕਦੇ ਹੋ, ਉਹਦੇ ਬੰਦ ਕੱਟ ਸਕਦੇ ਹੋ, ਉਹਨੂੰ ਜੰਬੂਰਾਂ ਦੇ ਨਾਲ ਨੋਚ ਸਕਦੇ ਹੋ, ਉਹਦੀਆਂ ਅੱਖਾਂ ਕੱਢ ਸਕਦੇ ਹੋ, ਉਹਦੇ ਬੱਚਿਆਂ ਦੇ ਟੁਕੜੇ ਕਰਕੇ ਗਲਿਆਂ ਦੇ ਹਾਰ ਬਣਾ ਸਕਦੇ ਹੋ, ਲੇਕਿਨ ਉਹਦੇ ਅੰਦਰੋਂ ਉਸ ਸੋਚ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਹਦੇ ਅੰਦਰੋਂ ਇਨਸਾਨੀਅਤ ਨੂੰ ਨਹੀਂ ਖਤਮ ਕੀਤਾ ਜਾ ਸਕਦਾ। ਉਹਦੀ ਜ਼ਮੀਰ ਨੂੰ ਨਹੀਂ ਮਾਰਿਆ ਜਾ ਸਕਦਾ। ਉਹਦੀ ਸੋਚ ਫਿਰ ਕਦੇ ਥੱਲੇ ਗਿਰਾਵਟ ਵਿੱਚ ਨਹੀਂ ਆਉਂਦੀ। ਉਹ ਫਿਰ ਹਮੇਸ਼ਾ ਰੱਬ ਦਾ ਰੂਪ ਹੈ, ਔਰ ਰੱਬ ਦਾ ਰੂਪ ਹੀ ਉਹ ਹੋ ਜਾਂਦਾ ਹੈ। ਉਹਦਾ ਕਦੇ ਆਤਮਿਕ ਜੀਵਨ ਖਤਮ ਨਹੀਂ ਹੁੰਦਾ। ਉਹ ਇਸ ਅਵਸਥਾ ਦਾ ਆਨੰਦ ਹਮੇਸ਼ਾ ਲਈ ਮਾਣਦਾ ਰਹਿੰਦਾ ਹੈ। ਤਾਂ ਅੱਜ ਦੀ ਜੋ ਵਿਚਾਰ ਹੈ, ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ।